Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਅੱਜ ਆਪਾਂ ਦੇਖਾਂਗੇ ਕਿ ਆਪਾਂ ਮੰਗ ਦੀ ਕੀਮਤ ਲੋਚ ਨੂੰ ਹੋਰ ਕਿਹੜੀ ਵਿਧੀ ਰਾਹੀਂ ਜਿਹੜਾ ਹੈ ਉਹ ਆਪਾਂ ਮਾਪ ਸਕਦੇ ਹਾਂ। ਆਪਾਂ ਆਲਰੇਡੀ ਮੰਗ ਦੀ ਕੀਮਤ ਲੋਚ ਨੂੰ ਮਾਪਣ ਦੀ ਇੱਕ ਵਿਧੀ ਜਿਹੜੀ ਹੈ ਉਹ ਕਰ ਚੁੱਕੇ ਹਾਂ, ਜਿਹੜੀ ਕੀ ਹੈ ਆਪਣੀ ਪ੍ਰਤੀਸ਼ਤ ਵਿਧੀ। ਅੱਜ ਆਪਾਂ ਗੱਲ ਕਰਾਂਗੇ ਮੰਗ ਦੀ ਕੀਮਤ ਲੋਚ ਨੂੰ ਮਾਪਣ ਦੀ ਦੂਸਰੀ ਵਿਧੀ, ਜਿਹੜੀ ਕੀ ਹੈ ਕੁੱਲ ਖਰਚ ਵਿਧੀ। ਤਾਂ ਹੁਣ ਇਸ ਵਿਧੀ ਦੇ ਵਿੱਚ ਆਪਾਂ ਧਿਆਨ ਜਿਹੜਾ ਹੈ ਉਹ ਕਿਸ ਗੱਲ ਤੇ ਰੱਖਣਾ ਹੈ, ਉਹ ਆਪਾਂ ਇਹ ਦੇਖਣਾ ਹੈ ਕਿ ਦੇਖੋ ਮੰਗ ਦੀ ਕੀਮਤ ਲੋਚ ਹੈ। ਤਾਂ ਮੰਗ ਦੀ ਜਿਹੜੀ ਕੀਮਤ ਲੋਚ ਹੈ ਆਪਾਂ ਹੁਣ ਕੀ ਦੇਖਣਾ ਹੈ, ਆਪਾਂ ਮੰਗ ਦੇ ਵਿੱਚ ਬਦਲਾਵ ਦੇਖਣਾ ਹੈ। ਠੀਕ ਹੈ, ਕਿੰਦੇ ਕਰਕੇ? ਕੀਮਤ ਕਰਕੇ। ਆਪਾਂ ਕਿਹਾ ਸੀ ਵੀ ਜਦੋਂ ਵੀ ਆਪਾਂ ਮੰਗ ਦੀ ਕੀਮਤ ਲੋਚ ਦੀ ਗੱਲ ਕਰਦੇ ਆ ਤਾਂ ਆਪਾਂ ਇਹ ਦੇਖਦੇ ਆ ਕਿ ਮੰਗ ਦੇ ਵਿੱਚ ਕਿੰਨੇ ਪ੍ਰਤੀਸ਼ਤ ਬਦਲਾਵ ਹੋਇਆ ਜਦੋਂ ਉਸ ਦੀ ਕੀਮਤ ਦੇ ਵਿੱਚ ਕੁਝ ਪ੍ਰਤੀਸ਼ਤ ਬਦਲਾਵ ਜਿਹੜਾ ਹੈ ਉਹ ਹੋਇਆ ਹੋਵੇਗਾ। ਹੁਣ ਆਪਾਂ ਇਹਦੇ ਵਿੱਚ ਵੀ ਮੰਗ ਦੇ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਜਿਹੜਾ ਹੈ ਉਹੀ ਦੇਖਣਾ ਹੈ, ਪਰ ਆਪਾਂ ਹੁਣ ਕੀ ਕਰਨਾ ਹੈ, ਜਿਹੜਾ ਕੀਮਤ ਦਾ ਪ੍ਰਭਾਵ ਹੈ ਉਹ ਆਪਾਂ ਮੰਗ ਦੇ ਉੱਪਰ ਨਹੀਂ ਦੇਖਣਾ, ਬਲਕਿ ਆਪਾਂ ਜਿਹੜਾ ਕੀਮਤ ਦਾ ਪ੍ਰਭਾਵ ਹੈ ਉਹ ਆਪਾਂ ਕੁੱਲ ਖਰਚ ਦੇ ਉੱਪਰ ਦੇਖਣਾ ਹੈ। ਕਿ ਮਤਲਬ ਜਦੋਂ ਕਿਸੇ ਵਸਤੂ ਦੀ ਕੀਮਤ ਬਦਲੇਗੀ ਤਾਂ ਜਿਹੜਾ ਵੀ ਆਪਾਂ ਉਸ ਵਸਤੂ ਦੇ ਉੱਪਰ ਖਰਚਾ ਕਰ ਰਹੇ ਹਾਂ ਉਸ ਖਰਚੇ ਦੇ ਵਿੱਚ ਕਿੰਨਾ ਬਦਲਾਵ ਆਏਗਾ, ਆਪਾਂ ਉਸ ਚੀਜ਼ ਦੀ ਗੱਲ ਜਿਹੜੀ ਹੈ ਉਹ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਐਕਚੁਅਲੀ ਕੁੱਲ ਖਰਚ ਹੁੰਦਾ ਕੀ ਚੀਜ਼ ਹੈ। ਸਪੋਜ਼ ਕਰੋ ਕਿ ਮੈਂ ਬਾਜ਼ਾਰ ਦੇ ਵਿੱਚ ਇੱਕ ਚੀਜ਼ ਖਰੀਦਣ ਗਿਆ ਤੇ ਉਹ ਚੀਜ਼ ਜਿਹੜੀ ਹੈ ਉਹ 5 ਰੁਪਏ ਦੀ ਹੈ। ਠੀਕ ਹੈ, ਮੈਂ ਕੋਈ ਵੀ ਚੀਜ਼ ਖਰੀਦਣ ਗਿਆ, ਉਹ ਚੀਜ਼ ਜਿਹੜੀ ਹੈ ਉਹ 5 ਰੁਪਏ ਦੀ ਹੈ। ਅਗਰ ਮੈਂ ਇਹ ਕਹਾਂ ਕਿ ਮੈਂ ਉਸ ਦੀਆਂ 4 ਇਕਾਈਆਂ ਜਿਹੜੀਆਂ ਨੇ ਉਹ ਖਰੀਦੀਆਂ, ਮੰਨ ਲਓ ਮੈਂ ਕਹਾਂ ਕਿ ਮੈਂ ਪੈਨ ਹੀ ਖਰੀਦਣ ਗਿਆ ਤਾਂ ਪੈਨ ਜਿਹੜਾ ਹੈ ਉਹ 5 ਰੁਪਏ ਦਾ ਹੈ ਤੇ ਮੈਂ ਮੰਗ ਕੀਤੀ 4 ਪੈਨਾਂ ਦੀ। ਤਾਂ ਹੁਣ ਸੋਚੋ ਕਿ ਮੈਂ ਕੁੱਲ ਖਰਚਾ ਜਿਹੜਾ ਹੈ ਉਹ ਕਿੰਨਾ ਕੀਤਾ। ਤਾਂ ਬਹੁਤ ਸਿੰਪਲ ਹੈ। ਤਾਂ ਅਗਰ ਆਪਾਂ ਬੜੀ ਸਿੰਪਲ ਜੀ ਐਗਜ਼ਾਮਪਲ ਵੀ ਲੈ ਰਹੇ ਹਾਂ ਤਾਂ ਉਹਦੇ ਦੁਆਰਾ ਵੀ ਆਪਾਂ ਦੱਸ ਸਕਦੇ ਹਾਂ ਕਿ 5 ਰੁਪਏ ਦਾ ਪੈਨ ਹੈ, ਆਪਾਂ 4 ਪੈਨ ਖਰੀਦਦੇ ਪਏ ਹਾਂ ਤਾਂ ਕੁੱਲ ਖਰਚਾ ਕਿੰਨਾ ਹੋ ਗਿਆ ਆਪਣਾ 20 ਰੁਪਏ ਜਿਹੜਾ ਹੈ ਉਹ ਕੁੱਲ ਖਰਚਾ ਹੋ ਗਿਆ। ਕਿਵੇਂ ਆਇਆ? ਆਪਾਂ ਕੀ ਕੀਤਾ, 5 ਨੂੰ 4 ਦੇ ਨਾਲ ਗੁਣਾ ਕੀਤੀ। 5 ਕੀ ਹੈ? 5 ਹੈ ਉਸ ਵਸਤੂ ਦੀ ਕੀਮਤ ਤੇ 4 ਕੀ ਹੈ ਉਹਦੀ ਮੰਗ। ਤਾਂ ਇੱਕ ਵੇ ਕੀ ਨਿਕਲ ਜਾਏਗਾ ਆਪਣਾ ਕੁੱਲ ਖਰਚਾ ਜਿਹੜਾ ਹੈ ਉਹ ਨਿਕਲ ਜਾਏਗਾ। ਹੁਣ ਜਦੋਂ ਆਪਾਂ ਕੀ ਕਰਨਾ ਹੈ, ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਨੂੰ ਆਪਾਂ ਕੁੱਲ ਖਰਚ ਵਿਧੀ ਰਾਹੀਂ ਮਾਪਣਾ ਹੈ। ਤਾਂ ਆਪਾਂ ਇਹ ਦੇਖਾਂਗੇ ਵੀ ਜਦੋਂ ਕਿਸੇ ਵਸਤੂ ਦੀ ਕੀਮਤ ਦੇ ਵਿੱਚ ਜਿਹੜਾ ਹੈ ਉਹ ਬਦਲਾਵ ਆਂਦਾ ਹੈ। ਬਦਲਾਵ ਕਿਵੇਂ ਆਏਗਾ? ਜਾਂ ਤਾਂ 5 ਰੁਪਏ ਤੋਂ ਚੀਜ਼ ਕੀ ਹੋ ਜਾਊਗੀ ਮਹਿੰਗੀ, ਜਾਂ ਕੀ ਹੋ ਜਾਏਗਾ ਸਸਤੀ। ਦੋ ਹੀ ਗੱਲਾਂ ਹੋ ਸਕਦੀਆਂ ਵੀ ਜਾਂ ਤਾਂ ਚੀਜ਼ ਜਿਹੜੀ ਹੈ ਉਹ ਮਹਿੰਗੀ ਹੋ ਸਕਦੀ ਹੈ ਜਾਂ ਚੀਜ਼ ਕੀ ਹੋ ਸਕਦਾ ਹੈ ਸਸਤੀ ਹੋ ਸਕਦੀ ਹੈ। ਤਾਂ ਜਦੋਂ ਕਿਸੇ ਵਸਤੂ ਦੀ ਕੀਮਤ ਵਿੱਚ ਬਦਲਾਵ ਆਂਦਾ ਹੈ ਤਾਂ ਉਹਦੇ ਉੱਪਰ ਆਪਾਂ ਜੋ ਕੁੱਲ ਖਰਚਾ ਕਰਦੇ ਪਏ ਹਾਂ ਉਹਦੇ ਵਿੱਚ ਕਿੰਨਾ ਬਦਲਾਵ ਆਊਗਾ, ਆਪਾਂ ਉਸ ਆਧਾਰ ਤੇ ਦੱਸਾਂਗੇ ਕਿ ਜਿਹੜੀ ਮੰਗ ਦੀ ਕੀਮਤ ਲੋਚ ਹੈ ਉਹ ਇਕਾਈ ਦੇ ਬਰਾਬਰ ਹੈ, ਇਕਾਈ ਤੋਂ ਜ਼ਿਆਦਾ ਹੈ ਕਿ ਇਕਾਈ ਦੇ ਘੱਟ ਹੈ। ਇਕਾਈ ਮਤਲਬ 1, ਯਾਨੀ ਆਪਾਂ ਦੇਖਾਂਗੇ ਵੀ ਜੋ ਆਨਸਰ ਆਏਗਾ ਮੰਗ ਦੀ ਕੀਮਤ ਲੋਚ ਦਾ ਉਹ 1 ਤੋਂ ਜ਼ਿਆਦਾ ਆਏਗਾ, 1 ਦੇ ਬਰਾਬਰ ਆਏਗਾ ਜਾਂ 1 ਤੋਂ ਘੱਟ ਆਏਗਾ। ਆਪਾਂ ਇਹ ਚੀਜ਼ਾਂ ਦੱਸਾਂਗੇ ਕਿਸ ਬਿਹਾਫ ਤੇ, ਕਿਸ ਆਧਾਰ ਤੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਕੀਮਤ ਵਿੱਚ ਕਿੰਨਾ ਬਦਲਾਵ ਹੁੰਦਾ ਪਿਆ। ਦੂਜਾ ਆਪਾਂ ਦੇਖਾਂਗੇ ਵੀ ਜੋ ਵੀ ਉਹਦੇ ਉੱਪਰ ਆਪਾਂ ਕੁੱਲ ਖਰਚਾ ਕਰ ਰਹੇ ਸੀ ਉਸ ਕੁੱਲ ਖਰਚੇ ਦੇ ਵਿੱਚ ਜਿਹੜਾ ਹੈ ਉਹ ਕਿੰਨਾ ਬਦਲਾਵ ਹੋ ਰਿਹਾ ਹੈ। ਇਸ ਆਧਾਰ ਤੇ ਆਪਾਂ ਕੀ ਕਰਾਂਗੇ, ਮੰਗ ਦੀ ਕੀਮਤ ਲੋਚ ਨੂੰ ਆਪਾਂ ਮਾਪ ਲਾਂਗੇ। ਹੁਣ ਹੋ ਕੀ ਸਕਦਾ ਹੈ, ਬਹੁਤ ਸਿੰਪਲ ਐਗਜ਼ਾਮਪਲ ਹੈ। ਪਹਿਲੀ ਚੀਜ਼ ਤਾਂ ਇਹ ਹੋ ਸਕਦੀ ਹੈ ਕਿ ਮੰਨ ਲਓ ਵੀ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ ਉਹ ਬਦਲ ਗਈ। ਹੁਣ ਮੈਂ ਸ਼ਬਦ ਯੂਜ਼ ਕੀਤਾ ਹੈ ਬਦਲ ਗਈ। ਜੇ ਬਦਲ ਗਈ ਤਾਂ ਮਤਲਬ ਕੀ ਹੋ ਸਕਦਾ ਹੈ ਵੀ ਜਾਂ ਤਾਂ ਉਹ ਚੀਜ਼ ਹੋ ਜੂਗੀ ਪਹਿਲਾਂ ਨਾਲੋਂ ਮਹਿੰਗੀ ਤੇ ਜਾਂ ਹੋ ਜਾਏਗੀ ਪਹਿਲਾਂ ਨਾਲੋਂ ਸਸਤੀ। ਠੀਕ ਹੈ, ਭਾਵੇਂ ਮਹਿੰਗੀ ਹੋਈ ਭਾਵੇਂ ਸਸਤੀ ਹੋਈ। ਠੀਕ ਹੈ, ਹੁਣ ਜੋ ਵੀ ਆਪਾਂ ਉਸ ਚੀਜ਼ ਦੇ ਉੱਪਰ ਖਰਚਾ ਕਰ ਰਹੇ ਸੀ ਉਹ ਕੀ ਹੋ ਸਕਦਾ ਹੈ, ਉਹ ਖਰਚੇ ਦੇ ਕੇਸ ਦੇ ਵਿੱਚ 3 ਚੀਜ਼ਾਂ ਹੋ ਸਕਦੀਆਂ। ਜਾਂ ਤਾਂ ਇਹ ਹੋ ਸਕਦਾ ਹੈ ਵੀ ਜਿਹੜੀ ਕੀਮਤ ਹੈ ਉਹ ਜਾਵੇ ਬਦਲ, ਆਪਾਂ ਜਿੰਨਾ ਖਰਚਾ ਪਹਿਲਾਂ ਕਰ ਰਹੇ ਸੀ ਉਸ ਚੀਜ਼ ਤੇ ਆਪਾਂ ਹੁਣ ਵੀ ਉਨਾ ਹੀ ਖਰਚਾ ਕਰਦੇ ਪਏ ਆ।
ठीक है। जिवें एक बंदे ने मैनू एक चुटकुला सुनाया, वो कहंदा जी की होया भी एक बंदे नू मैं कहा कि लै भी पेट्रोल जिहड़ा ना वो महंगा हो गया। तो कहंदा जी महंगा कित्थों हो गया, पेट्रोल तो उन्ने तो उन्ना ही है। मैं क्या नहीं यार, पहला पेट्रोल 70 रुपए सी, हुण 80 रुपए हो गया। वो कहंदा जी सानू कोई फर्क नहीं पैंदा, अस तां पहला भी 100 रुपए दा पवांदे सी, असीं हुण भी 100 रुपए दा पवाने आ, साडे आस्ते काहदा महंगा होया। यानी हुण की होया, जो पेट्रोल हो गया महंगा, यानी कीमत की हो गया वध गई। वो कहंदा कि मैं तां पहला भी 100 दा पेट्रोल पवांदा सी, मैं तां हुण भी 100 दा पेट्रोल पवाना। यानी जो खर्चा वो कर रहा है पेट्रोल के उपर, वो जिन्ना पहला कर रहा सी हुण भी उन्ना ही कर रहा है। एक गल तां ये हो सकती है भी कीमत भावें घटे भावें वधे, असी जिन्ना खर्चा पहला कर रहे सी असी हुण भी खर्चा उन्ना ही करांगे। दूजा की हो सकता है भी आपां वेखीए भी लै भी कीमत जिहड़ी है वो बदल गई, तां असी उहदे ते खर्चा जिहड़ा है वो पहला नालों की करांगे, घटा देंगे। भी आपां लो भी कीमत बदल गई है, खर्चा घटा दिंने आ। या की हो सकता है भी कीमत बदल गई, आपां की कीता, खर्चा जिहड़ा है वो वधा सकदे आ। देखो खर्चे के मामले में तीन ही चीज़ां हो सकदियां ने। पहला आपां खर्चा उन्ने दा उन्ना रखांगे, दूसरा आपां खर्चा उहदे ते वधा देंगे, तीसरा आपां खर्चा उहदे ते घटा देंगे। तीन ही गल्लां हो सकदियां, इस तो इलावा गल ही नहीं हो सकती। तां इसे आधार ते आपां की करांगे, मंग दी कीमत लोच दा माप करांगे। किस विधि राहीं, कुल खर्च विधि राहीं। ਤਾਂ ਆਪਾਂ ਕੀ ਕਰਦੇ ਆ, ਸਭ ਤੋਂ ਪਹਿਲਾਂ ਆਪਾਂ ਇਹਦਾ ਇੱਕ ਟੇਬਲ ਬਣਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਡਾਇਗਰਾਮ ਬਣਾਵਾਂਗੇ। ਆਪਾਂ ਕੀ ਕਰਦੇ ਆ, ਸਭ ਤੋਂ ਪਹਿਲਾਂ ਲੈ ਲੈਂਦੇ ਆ ਕਿਸੇ ਵਸਤੂ ਦੀ ਕੀਮਤ, ਫਿਰ ਆਪਾਂ ਲੈ ਲੈਂਦੇ ਆ ਮੰਗ। ਹੁਣ ਮੰਗ ਤਾਂ ਲੈਣੀ ਪੈਣੀ ਹੈ, क्यों लैनी पैनी है, क्योंकि आपा की करना है, आपा कुल खर्चा मापना है। हुण जेकर मैं खाली कीमत ले लवां ते मैनू यही ना पता होवे कि मैं उस चीज की मंग किन्नी कर रहा, तो फिर मैं कुल खर्चा किवें कड्डांगा, क्योंकि कीमत पता होएगी। मैं कहा जिवें हुणे आपां गल कीती सी भी कीमत 5 रुपए है, मैं 4 पेन खरीदा पिया, तो खर्चा कितना हो गया 20 रुपए का। तो जे आपां कुल खर्चा पता करना है तो आपां नू कीमत भी पता होनी चाहिए है, आपां नू मंग भी पता होनी चाहिए है। दोनों का अगर आपां नू पता होएगा तां ही आपां की कर सकते हैं, कुल खर्चा पता कर सकते हैं। तो आपां इत्थे लिख लैंदे आ कुल खर्च। तो आपां मान लैंदे आ भी पहला उस वस्तु की कीमत जिहड़ी है वो 2 रुपए सी, ठीक है। आपां उहदे ते 4 इकाइयां दी मंग करदे पे सी, मतलब 2 रुपए की चीज है, आपां 4 चीज़ां खरीदते पे आ, तो इहदा मतलब आपां खर्चा कितना करते पे आ 8 रुपए का, ठीक हो गया। आपां पहला जिहड़ा है वो सीन ले लैंदे आ, फिर आपां की करदे आ एक बारी इहनूं होर लिख लैंदे आ, इत्थे कीमत लिख लैंदे आ, इत्थे मंग लिख लैंदे आ, ते इत्थे आपां कुल खर्च जिहड़ा है वो लिख लैंदे आ। भी फिर कीमत 2 रुपए है, 4 चीज़ां दी मंग करदे पे आ, खर्चा जिहड़ा है वो 8 रुपए का हो रहा है। एक बारी फिर इहनूं लिख लैंदे आ, भी इत्थे आपां कीमत लिख लैंदे आ, इत्थे आपां मंग लिख लैंदे आ, ते इत्थे आपां कुल खर्च जिहड़ा है वो लिख लैंदे आ, ठीक है। तो कीमत फिर 2 रुपए दी है, मंग 4 चीज़ां दी है, तो खर्चा कितना है 8 रुपए का, ठीक हो गया। ये आपां इहनूं की करांगे, अपनी इनिशियल पोजीशन जिहड़ी है वो लेके चलांगे, मतलब अपनी शुरुआती हालात की ने भी कीमत जिहड़ी है वो 2 रुपए दी है, आपां 4 चीज़ां खरीदते पे आ, उस हिसाब से आपां की करते पे आ, उस चीज़ के उपर आपां 8 रुपए का खर्चा जिहड़ा है वो आपां कर रहे हैं। ये इनिशियल पोजीशन है। हुण आपां की करना है, कुल खर्च विधि राहीं जिहड़ा है आपां मंग दी कीमत लोच जिहड़ी है उनका पता करना है। हुण जे मंग दी कीमत लोच का पता करना है, कीमत लोच तो पहला तो कीमत बदलनी पेगी, है ना। हुण जे कीमत बदलनी पेगी, हुण देखो शुरुआत च अपने कोल कीमत हैगी 2 रुपए की, हुण आपां इहनूं बदलना है। बदलना मतलब की कर सकते हैं, आपां इहनूं घट भी कर सकते हैं ते आपां इहनूं वध भी कर सकते हैं, दोनों गल्लां हो सकदियां। तो आपां की करते हैं, आपां इहनूं घटा के देख लैंदे आ, भी लो जी कीमत जिहड़ी है ना 2 रुपए तो घट के होगी 1 रुपया, यानी इत्थे भी आपां 1 रुपया लिख दिंने आ, इत्थे भी आपां 1 रुपया लिख दिंने आ, ते इत्थे भी आपां 1 रुपया लिख दिंने आ। भी चीज़ होगी पहला नालों सस्ती, ठीक है। हुण की करना है, हुण आपां ये देखना है भी जदों कीमत बदली, ठीक है, 2 रुपए तो 1 रुपए हुई, 2 रुपए तो 1 रुपए हुई, 2 रुपए तो 1 रुपए हुई,
ਤਾਂ ਜੋ ਖਰਚਾ ਆਪਾਂ ਇਹਦੇ ਤੇ ਕਰਦੇ ਪਏ ਸੀ ਉਸ ਖਰਚੇ ਤੇ ਕੀ ਪ੍ਰਭਾਵ ਪਿਆ? ਤਾਂ ਕੀ ਹੋ ਸਕਦਾ ਹੈ? ਜਾਂ ਤਾਂ ਇਹ ਹੋ ਸਕਦਾ ਹੈ ਵੀ ਜਿਹੜਾ ਖਰਚਾ ਹੈ ਉਹ ਓਨੇ ਦਾ ਓਨਾ ਹੀ ਰਿਹਾ ਹੋਊਗਾ, ਜਾਂ ਹੋ ਸਕਦਾ ਹੈ ਵੀ ਖਰਚਾ ਜਿਹੜਾ ਹੈ ਉਹ ਵੱਧ ਗਿਆ ਹੋਊਗਾ, ਜਾਂ ਇਹ ਹੋ ਸਕਦਾ ਹੈ ਵੀ ਖਰਚਾ ਜਿਹੜਾ ਹੈ ਉਹ ਘਟ ਗਿਆ ਹੋਏਗਾ। ਤਾਂ ਬਸ ਕੁਝ ਨਹੀਂ ਕਰਨਾ, ਇੱਕ ਵਾਰੀ ਕੀ ਕਰਨਾ ਹੈ, ਇੱਥੇ ਖਰਚਾ ਜਿਹੜਾ ਹੈ ਉਹ ਵਧਾ ਕੇ ਲਿਖ ਦੇਣਾ ਹੈ, ਇੱਕ ਵਾਰੀ ਘਟਾ ਕੇ ਲਿਖ ਦੇਣਾ ਹੈ, ਇੱਕ ਵਾਰੀ ਓਨਾ ਹੀ ਲਿਖ ਦੇਣਾ ਹੈ। ਕਿਵੇਂ? ਦੇਖੋ ਆਪਾਂ ਇੱਥੇ ਖਰਚਾ ਵਧਾ ਕੇ ਲਿਖਣਾ ਹੈ, ਤਾਂ ਹੁਣ 8 ਤੋਂ ਵਧਾ ਕੇ ਲਿਖਣਾ ਹੈ। ਕਿੰਨਾ ਵਧਾ ਕੇ ਲਿਖਣਾ ਹੈ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਲਿਖ ਲਿਆ ਜੇ। ਠੀਕ ਹੈ, ਮੰਨ ਲਓ ਮੈਂ ਲਿਖਤਾ ਇੱਥੇ 12, ਠੀਕ ਹੈ, 8 ਤੋਂ ਵਧਾ ਕੇ ਲਿਖਤਾ। ਇੱਕ ਵਾਰੀ ਕੀ ਕਰਦਾ, 8 ਤੋਂ ਘਟਾ ਕੇ ਲਿਖ ਦੇਣਾ। ਹੁਣ ਇੱਥੇ ਇਹ ਚੀਜ਼ ਮੈਂ ਜਿਹੜੀ ਹੈ ਹੁਣ ਤੁਹਾਨੂੰ ਸਮਝਾਉਂਗਾ ਵੀ ਇੱਥੇ ਅਗਰ ਘਟਾ ਕੇ ਲਿਖਣਾ ਹੈ ਤਾਂ ਕਿੰਨਾ ਘਟਾ ਕੇ ਲਿਖਣਾ ਹੈ। ਦੇਖੋ ਵਧਾ ਕੇ ਜਿੰਨਾ ਮਰਜ਼ੀ ਲਿਖ ਸਕਦੇ ਹੋ, ਘਟਾ ਕੇ ਜਦੋਂ ਲਿਖਣਾ ਹੈ ਉਦੋਂ ਧਿਆਨ ਨਾਲ ਲਿਖਣਾ ਹੈ, ਇੱਥੇ ਗੜਬੜ ਨਹੀਂ ਕਰਨੀ। ਤਾਂ ਮੈਂ ਘਟਾ ਕੇ ਲਿਖਣ ਲੱਗਿਆ 6। ਹੁਣ ਮੈਂ ਇਹ ਨਹੀਂ ਕਹਿ ਸਕਦਾ ਜਿੰਨਾ ਮਰਜ਼ੀ ਘਟਾ ਕੇ ਲਿਖ ਲਿਆ ਜੇ, ਨਹੀਂ, ਜਿੰਨਾ ਮਰਜ਼ੀ ਕਿਉਂ ਨਹੀਂ ਘਟਾ ਕੇ ਲਿਖਣਾ, ਹੁਣ ਇਹ ਗੱਲ ਸਮਝ ਆਏਗੀ 2 ਮਿੰਟ ਤੋਂ ਬਾਅਦ। ਇੱਥੇ ਕੀ ਕਰਨਾ ਹੈ, ਖਰਚਾ ਉਹਨੇ ਦਾ ਉਹਨਾਂ ਲਿਖਣਾ ਹੈ, ਯਾਨੀ ਕਿ 8 ਰੁਪਏ ਦਾ 8 ਰੁਪਏ ਲਿਖ ਲੈਣਾ। ਹੁਣ ਤਿੰਨ ਹੀ ਹਾਲਾਤ ਹੋ ਸਕਦੇ ਨੇ ਵੀ ਜਾਂ ਤਾਂ ਖਰਚਾ ਵੱਧ ਗਿਆ ਹੋਊਗਾ, ਜਾਂ ਖਰਚਾ ਘਟ ਗਿਆ ਹੋਊਗਾ, ਤੇ ਜਾਂ ਉਹਨਾਂ ਹੀ ਰਿਹਾ ਹੋਏਗਾ। ਤਿੰਨ ਪੋਸਿਬਿਲਿਟੀ ਸੀ, ਤਿੰਨੋਂ ਲੈ ਲੀਆਂ। ਖਰਚਾ ਵਧਾ ਕੇ ਲਿਖ ਲਿਆ, ਖਰਚਾ ਘਟਾ ਕੇ ਲਿਖ ਲਿਆ, ਖਰਚਾ ਉਹਨੇ ਦਾ ਉਹਨਾਂ ਲਿਖ ਲਿਆ। ਹੁਣ ਸੋਚੋ ਵੀ ਆਪਾਂ ਮੰਗ ਤਾਂ ਹਾਲੇ ਲਿਖੀ ਨਹੀਂ ਇੱਥੇ। ਹੁਣ ਜੇ 1 ਰੁਪਏ ਦੀ ਚੀਜ਼ ਹੈ ਤੇ ਆਪਾਂ 12 ਰੁਪਏ ਖਰਚਾ ਕਰਦੇ ਪਏ ਉਸ ਚੀਜ਼ ਤੇ, ਇਹਦਾ ਮਤਲਬ ਆਪਾਂ ਕਿੰਨੀਆਂ ਚੀਜ਼ਾਂ ਖਰੀਦਦੇ ਪਏ ਆ। ਸੋਚੋ, ਤੁਸੀਂ ਬਾਜ਼ਾਰ ਗਏ, ਠੀਕ ਹੈ, ਬਾਜ਼ਾਰ ਜਾ ਕੇ ਤੁਸੀਂ ਕੋਈ ਚੀਜ਼ ਦਾ ਰੇਟ ਪੁੱਛਿਆ, ਉਹ ਕਹਿੰਦਾ 1 ਰੁਪਏ ਦੀ ਹੈ, ਤੁਸੀਂ ਉਹਨੂੰ 12 ਰੁਪਏ ਦਿੱਤੇ, ਤਾਂ ਇਹਦਾ ਮਤਲਬ ਉਹਨੇ ਤੁਹਾਨੂੰ ਕਿੰਨੀਆਂ ਚੀਜ਼ਾਂ ਦਿੱਤੀਆਂ ਹੋਣਗੀਆਂ? 12। ਠੀਕ ਹੈ, ਤਾਂ ਇਹਦਾ ਮਤਲਬ ਆਪਾਂ ਮੰਗ ਕਿੰਨੀ ਕੀਤੀ? 12 ਦੀ। ਠੀਕ ਹੋ ਗਿਆ। ਇੱਥੇ 1 ਰੁਪਏ ਦੀ ਚੀਜ਼ ਹੈ, ਤੁਸੀਂ 6 ਰੁਪਏ ਖਰਚਾ ਕਰਦੇ ਪਿਓ, ਮਤਲਬ ਕਿੰਨੀ ਮੰਗ ਕਰਦੇ ਪਿਓ? 6 ਚੀਜ਼ਾਂ ਦੀ। ਇੱਥੇ 1 ਰੁਪਏ ਦੀ ਚੀਜ਼ ਹੈ, ਤੁਸੀਂ 8 ਰੁਪਏ ਖਰਚਾ ਕਰਦੇ ਪਿਓ, ਮੰਗ ਕਿੰਨੀ ਕਰਦੇ ਪਿਓ? 8 ਰੁਪਏ ਦੀ। ਤਾਂ ਆ ਮੰਗ ਨਿਕਲ ਗਈ। ਤਾਂ ਆ ਮੰਗ ਜਿਹੜੀ ਹੈ ਇਹ ਬਾਅਦ ਚ ਨਿਕਾਲਿਆ ਜੇ, ਪਹਿਲਾਂ ਖਰਚਾ ਨਿਕਾਲਿਆ ਜੇ। ਉਸ ਹਿਸਾਬ ਤੇ ਕੀ ਹੋਊਗਾ, ਜਿਹੜੀ ਮੰਗ ਹੈ ਉਹਨੂੰ ਕੈਲਕੂਲੇਟ ਕਰਨਾ ਜਿਹੜਾ ਉਹ ਆਪਣੇ ਵਾਸਤੇ ਥੋੜਾ ਈਜ਼ੀ ਹੋ ਜਾਏਗਾ। ਹੁਣ ਦੇਖੋ ਤਿੰਨੋਂ ਟੇਬਲ ਦੇ ਵਿੱਚ ਇੱਕ ਚੀਜ਼ ਕਾਮਨ ਹੈ। ਉਹ ਕਾਮਨ ਕੀ ਹੈ? ਦੇਖੋ ਆਪਾਂ ਜਦੋਂ ਮੰਗ ਦੀ ਕੀਮਤ ਲੋਚ ਸ਼ੁਰੂਆਤ ਕੀਤੀ ਸੀ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜੀ ਮੰਗ ਦੀ ਕੀਮਤ ਲੋਚ ਹੈ ਉਹ ਕੀ ਹੈ? ਉਹ ਮੰਗ ਦੇ ਸਿਧਾਂਤ ਦਾ ਪਾਰਟ B ਹੈ। ਠੀਕ ਹੈ, ਮਤਲਬ ਆਪਾਂ ਜਦੋਂ ਮੰਗ ਦੀ ਕੀਮਤ ਲੋਚ ਵੇਖਣੀ ਹੈ ਉਹਦੇ ਵਿੱਚ ਆਪਾਂ ਮੰਗ ਦਾ ਜਿਹੜਾ ਸਿਧਾਂਤ ਹੈ, ਮੰਗ ਦਾ ਜਿਹੜਾ ਨਿਯਮ ਹੈ, ਉਹਨੂੰ ਆਪਾਂ ਭੁੱਲਣਾ ਨਹੀਂ ਹੈਗਾ। ਇਹ ਨਹੀਂ ਹੈਗਾ ਵੀ ਆਪਾਂ ਮੰਗ ਦਾ ਨਿਯਮ ਛੱਡਤਾ ਤੇ ਆਪਾਂ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਦੇ ਪਿੱਛੇ ਪੈ ਗਏ। ਮੰਗ ਦਾ ਨਿਯਮ ਲਾਗੂ ਜ਼ਰੂਰ ਹੋਣਾ ਚਾਹੀਦਾ ਹੈ। ਜੇ ਤੁਸੀਂ ਆਦੇ ਕੁਐਸਚਨ ਦੇ ਵਿੱਚ ਮੰਗ ਦਾ ਨਿਯਮ ਫੇਲ ਕਰਾਤਾ, ਮਤਲਬ ਤੁਹਾਡਾ ਕੁਐਸਚਨ ਗਿਆ। ਮੰਗ ਦਾ ਨਿਯਮ ਕਿਵੇਂ ਫੇਲ ਨਹੀਂ ਹੋਣਾ ਚਾਹੀਦਾ? ਦੇਖੋ ਇੱਥੇ ਕੀਮਤ 2 ਰੁਪਏ ਤੋਂ ਘਟ ਕੇ 1 ਰੁਪਏ ਹੋਈ ਹੈ। ਜੇ ਕੀਮਤ ਘਟੀ ਹੈ ਤਾਂ ਮੰਗ ਵਧਣੀ ਚਾਹੀਦੀ ਹੈ, ਇਹ ਧਿਆਨ ਰੱਖਣਾ ਹੈ। ਤਾਂ ਹੁਣ ਦੇਖੋ ਮੰਗ ਪਹਿਲਾਂ 4 ਸੀ, ਹੁਣ ਕਿੰਨੀ ਹੋ ਗਈ? 12। ਇੱਥੇ ਕੀਮਤ ਘਟੀ 2 ਤੋਂ 1 ਹੋਈ, ਇੱਥੇ ਮੰਗ 4 ਤੋਂ 6 ਵੱਧ ਗਈ। ਦੇਖੋ ਪਹਿਲਾਂ ਮੰਗ 4 ਸੀ, ਹੁਣ ਮੰਗ 6 ਹੋ ਗਈ। ਹੁਣ ਇੱਥੇ ਪੁਆਇੰਟ ਸਮਝੋ, ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ ਖਰਚਾ ਘਟਾਣਾ ਹੈ, ਇਹ ਨਹੀਂਗਾ ਜਿੰਨਾ ਮਰਜ਼ੀ ਘਟਾ ਕੇ ਲਿਖ ਲਓ। ਮੰਨ ਲਓ ਕਿ ਮੈਂ ਇੱਥੇ 6 ਦੀ ਬਜਾਏ 2 ਰੁਪਏ ਲਿਖਿਆ ਹੁੰਦਾ, ਹੁਣ ਕੀ ਹੁੰਦਾ? ਕੀਮਤ ਘਟੀ, ਠੀਕ ਹੈ, 2 ਰੁਪਏ ਤੋਂ 1 ਰੁਪਏ ਹੋਈ, ਮੇਰਾ ਖਰਚਾ 8 ਰੁਪਏ ਤੋਂ 2 ਰੁਪਏ ਹੋਗਾ। ਇਹਦਾ ਮਤਲਬ ਮੈਂ ਮੰਗ ਕਿੰਨੀ ਕਰਦਾ ਪਿਆ? 2 ਚੀਜ਼ਾਂ ਦੀ। ਹੁਣ ਦੇਖੋ ਮੇਰੇ ਮੰਗ ਦਾ ਨਿਯਮ ਫੇਲ ਹੋ ਰਿਹਾ ਹੈ, ਕੀਮਤ ਘਟ ਰਹੀ ਹੈ ਤਾਂ ਮੰਗ ਘਟ ਰਹੀ ਹੈ। ਗਲਤ ਹੋ ਗਿਆ, ਕਿਉਂਕਿ ਜੇ ਕੀਮਤ ਘਟੀ ਹੈ ਤਾਂ ਮੰਗ ਵਧਣੀ ਚਾਹੀਦੀ ਹੈ। ਤਾਂ ਇੱਥੇ ਜਦੋਂ ਘਟਾ ਕੇ ਲਿਖਿਆ ਜੇ ਤਾਂ ਥੋੜਾ ਹਿਸਾਬ ਨਾਲ ਲਿਖਿਆ ਜੇ, ਤਾਂ ਇੱਥੇ ਮੰਗ ਜਿਹੜੀ ਹੈ ਉਹ ਵਧਣੀ ਚਾਹੀਦੀ ਹੈ। ਹੁਣ ਦੇਖੋ 2 ਰੁਪਏ ਕੀਮਤ ਸੀ, 4 ਚੀਜ਼ਾਂ ਦੀ ਮੰਗ ਸੀ, 1 ਰੁਪਏ ਕੀਮਤ ਹੈ ਤਾਂ 8 ਚੀਜ਼ਾਂ ਦੀ ਮੰਗ ਹੈ। ਦੇਖੋ ਕੀਮਤ ਘਟੀ, ਮੰਗ ਵਧੀ। ਤਿੰਨਾਂ ਦੇ ਵਿੱਚ ਕੀਮਤ ਘਟ ਰਹੀ ਹੈ, ਮੰਗ ਵੱਧ ਰਹੀ ਹੈ, ਕੀਮਤ ਘਟ ਰਹੀ ਹੈ, ਮੰਗ ਵੱਧ ਰਹੀ ਹੈ, ਕੀਮਤ ਘਟ ਰਹੀ ਹੈ, ਮੰਗ ਵੱਧ ਰਹੀ ਹੈ। ਤਿੰਨਾਂ 'ਚ ਮੰਗ ਦਾ ਨਿਯਮ ਲਾਗੂ ਕਰਾਤਾ, ਪਰ ਇੱਕ ਦੇ ਵਿੱਚ ਕੀ ਹੋ ਰਿਹਾ ਹੈ? ਖਰਚਾ ਪਹਿਲਾਂ ਨਾਲੋਂ ਵੱਧ ਰਿਹਾ ਹੈ, ਇੱਕ 'ਚ ਖਰਚਾ ਘਟ ਰਿਹਾ ਹੈ, ਇੱਕ 'ਚ ਖਰਚਾ ਓਨਾ ਹੀ। ਹੁਣ ਤੁਹਾਡੀ ਕਿਤਾਬ ਵਾਲਾ ਕੀ ਕਹਿੰਦਾ ਹੈ? ਤੁਹਾਡੀ ਕਿਤਾਬ ਵਾਲਾ ਕਹਿੰਦਾ ਹੈ ਵੀ ਜੇਕਰ ਕੀਮਤ ਤੇ ਖਰਚਾ, ਠੀਕ ਹੈ, ਧਿਆਨ ਰੱਖਣਾ, ਕੁੱਲ ਖਰਚ ਵਿਧੀ ਹੈ। ਹੁਣ ਮੰਗ ਨੂੰ ਨਹੀਂ ਵੇਖਣਾ, ਕਿਹਨੂੰ ਵੇਖਣਾ ਹੈ? ਖਰਚੇ ਨੂੰ ਵੇਖਣਾ ਹੈ। ਤੁਹਾਡੀ ਕਿਤਾਬ ਵਾਲਾ ਕਹਿੰਦਾ ਹੈ ਵੀ ਕੀ ਕਰਨਾ ਹੈ? ਤੁਸੀਂ ਇਹ ਵੇਖਣਾ ਹੈ ਵੀ ਜਿਹੜੀ ਕੀਮਤ ਹੈ ਤੇ ਜਿਹੜਾ ਖਰਚਾ ਹੈ, ਅਗਰ ਤਾਂ ਇਹ ਜਾਂਦੇ ਨੇ ਇੱਕ ਦੂਜੇ ਤੋਂ ਉਲਟੇ ਪਾਸੇ। ਉਲਟੇ ਪਾਸੇ ਮਤਲਬ ਵੀ ਕੀਮਤ ਘਟੇ ਤਾਂ ਖਰਚਾ ਵਧੇ। ਠੀਕ ਹੈ, ਕੀਮਤ ਘਟੇ ਤਾਂ ਖਰਚਾ ਵਧੇ, ਤੇ ਕੀਮਤ ਵਧੇ ਤਾਂ ਖਰਚਾ ਘਟੇ।
ਦੋਨੋਂ ਜਾਣ ਇੱਕ ਦੂਜੇ ਤੋਂ ਉਲਟਾ ਜਾਣਗੇ ਤਾਂ ਜਿਹੜੀ ਮੰਗ ਦੀ ਕੀਮਤ ਲੋਚ ਹੈ ਜਿਹਨੂੰ ਆਪਾਂ ਈਡੀ ਕਹਿੰਦੇ ਆ ਉਹਦਾ ਆਨਸਰ ਹੋਊਗਾ ਇੱਕ ਤੋਂ ਜ਼ਿਆਦਾ। ਠੀਕ ਹੈ, ਜਦੋਂ ਕੀਮਤ ਤੇ ਕੁੱਲ ਖਰਚਾ, ਦੇਖੋ ਮੈਂ ਵਾਰੀ ਕੁੱਲ ਖਰਚਾ ਕਹਿ ਰਿਹਾ ਕਿਉਂਕਿ ਵਿਧੀ ਦਾ ਨਾਮ ਕੁੱਲ ਖਰਚ ਵਿਧੀ ਹੈ। ਜਦੋਂ ਕੀਮਤ ਤੇ ਕੁੱਲ ਖਰਚਾ ਇੱਕੋ ਪਾਸੇ ਜਾਣ, मतलब कीमत घटे तो कुल खर्चा घटे, कीमत वधे तो कुल खर्चा वधे, दोनों इक्को पासे जान ता मंग दी कीमत लोच दा आंसर होगा एक तो घट। जेकर कीमत घटी जावे कीमत वधी जावे सानू कोई मतलब नहीं, कुल खर्चा ओने दा ओना ही रवे, मतलब कीमत घट गई ता भी कुल खर्चा ओना, कीमत वध गई ता भी कुल खर्चा ओना सेम, ਤਾਂ ਮੰਗ ਦੀ ਕੀਮਤ ਲੋਚ ਦਾ ਆਨਸਰ ਜਿਹੜਾ ਹੈ ਉਹ ਇੱਕ ਆਊਗਾ। ਇਹ ਹੁਣ ਤੁਹਾਡੀ ਕਿਤਾਬ ਵਾਲਾ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਕਿਉਂਕਿ ਇਹ ਕਿਉਂ ਹੈਗਾ, ਇਹ ਤਾਂ ਰੱਟਾ ਹੈ ਵੀ ਲੋ ਜੀ ਕੀਮਤ ਤੇ ਖਰਚਾ ਜਿਹੜੇ ਹੈ ਅਗਰ ਤਾਂ ਉਲਟੇ ਪਾਸੇ ਚੱਲੇ ਹੈ ਤਾਂ ਆਨਸਰ ਇੱਕ ਤੋਂ ਵੱਧ ਆਊਗਾ, ਜੇ ਇੱਕੋ ਪਾਸੇ ਚੱਲੇ ਹੈ ਤਾਂ ਆਨਸਰ ਜਿਹੜਾ ਹੈ ਉਹ ਇੱਕ ਤੋਂ ਘੱਟ ਆਊਗਾ, ਜੇ ਖਰਚਾ ਬਦਲਦਾ ਹੀ ਨਹੀਂ ਪਿਆ ਤਾਂ ਆਨਸਰ ਇੱਕ ਦੇ ਬਰਾਬਰ ਆਏਗਾ। ਇਹ ਤਾਂ ਟੋਟਲੀ ਰੱਟਾ ਹੈ, ਆਪਾਂ ਰੱਟਾ ਨਹੀਂ ਮਾਰਨਾ, ਆਪਾਂ ਲੌਜੀਕ ਨੂੰ ਸਮਝਣਾ। ਇਹਦੇ ਬਿਹਾਫ ਤੇ ਤੁਹਾਡੀ ਕਿਤਾਬ ਵਾਲਾ ਕੀ ਕਰਦਾ ਹੈ, ਉਹ ਨਾ ਇੱਕ ਡਾਇਗਰਾਮ ਬਣਾ ਦਿੰਦਾ। ਹਾਲੀ ਤੱਕ ਮੈਂ ਉਹੀ ਕਰਾ ਰਿਹਾ ਜੋ ਤੁਹਾਡੀ ਕਿਤਾਬ ਵਾਲਾ ਕਹਿ ਰਿਹਾ ਹੈ, ਮੈਂ ਜੋ ਕਹਿ ਰਿਹਾ ਉਹ ਥੋੜੀ ਦੇਰ ਬਾਅਦ ਗੱਲ ਕਰਾਂਗੇ। ਇਹਦੇ ਹਿਸਾਬ ਤੇ ਉਹ ਕੀ ਕਰਦਾ ਹੈ, ਡਾਇਗਰਾਮ ਬਣਾਉਂਦਾ ਹੈ। ਡਾਇਗਰਾਮ ਦੇ ਵਿੱਚ ਜਿਹੜਾ ਐਕਸ ਐਕਸਿਸ ਹੈ ਉੱਥੇ ਉਹ ਲੈਂਦਾ ਹੈ ਕੁੱਲ ਖਰਚ। ਠੀਕ ਹੈ, ਹੁਣ ਆਪਾਂ ਕੁੱਲ ਖਰਚ ਦਾ ਸੰਬੰਧ ਕਿਹਦੇ ਨਾਲ ਦਿਖਾ ਰਹੇ ਹਾਂ, ਕੀਮਤ ਨਾਲ, ਤਾਂ ਇਧਰੋਂ ਲੈ ਲੈਂਦਾ ਹੈ ਕੀਮਤ। ਠੀਕ ਹੈ, y ਐਕਸਿਸ ਤੇ ਕੀਮਤ ਲੈ ਲਈ, x ਐਕਸਿਸ ਤੇ ਕੁੱਲ ਖਰਚਾ ਲੈ ਲਿਆ। ਉਹ ਕਹਿੰਦਾ ਮੰਨ ਲਓ ਸ਼ੁਰੂਆਤ ਦੇ ਵਿੱਚ ਤੁਹਾਡੀ ਜਿਹੜੀ ਚੀਜ਼ ਤੁਸੀਂ ਵੇਚ ਰਹੇ ਹੋ ਜਾਂ ਖਰੀਦ ਰਹੇ ਹੋ ਉਹਦੀ ਕੀਮਤ ਹੈਗੀ ਹੈ P। ਜੇ ਕੀਮਤ P ਹੈ ਤਾਂ P ਕੀਮਤ ਤੇ ਜਿਹੜਾ ਤੁਹਾਡਾ ਖਰਚਾ ਹੈ ਉਹ ਹੈਗਾ ਮੰਨ ਲਓ E, ਤਾਂ ਤੁਸੀਂ ਹੈਗੇ ਹੋ A ਪੁਆਇੰਟ ਤੇ। A ਪੁਆਇੰਟ ਜਿਹੜਾ ਹੈ ਉਹ ਤੁਹਾਡਾ ਇਨੀਸ਼ੀਅਲ ਪੁਆਇੰਟ ਹੈ, ਆਰੰਭਿਕ ਪੁਆਇੰਟ ਹੈ। ਸ਼ੁਰੂਆਤ ਦੇ ਵਿੱਚ ਕੀਮਤ ਹੈਗੀ ਹੈ P ਤੇ ਖਰਚਾ ਹੈਗਾ OE, ਇਹ ਤੁਹਾਡੀ ਸ਼ੁਰੂਆਤੀ ਹੈ। ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ ਤੁਹਾਡੀ ਚੀਜ਼ ਸੀ ਉਹਦੀ ਕੀਮਤ ਜਿਹੜੀ ਹੈ ਉਹ P ਤੋਂ ਵੱਧ ਕੇ ਹੋ ਗਈ P1। ਠੀਕ ਹੈ, ਜੇ ਕੀਮਤ P ਤੋਂ ਵੱਧ ਕੇ P1 ਹੋਈ ਤਾਂ ਤੁਸੀਂ ਕੀ ਕੀਤਾ, ਆਦਾ ਵਸਤੂ ਦੇ ਉੱਪਰ ਜਿਹੜਾ ਖਰਚਾ ਸੀ ਉਹਨੂੰ E ਤੋਂ ਵਧਾ ਕੇ ਕਰਤਾ E1, ਤਾਂ ਆ ਗਏ B ਪੁਆਇੰਟ ਤੇ। ਹੁਣ ਸੋਚੋ ਕੀ ਹੋਇਆ, ਹੁਣ ਹੋਇਆ ਇਹ ਵੀ ਜਿਹੜੀ ਕੀਮਤ ਤੇ ਖਰਚਾ ਹੈ ਇਹ ਇੱਕੋ ਪਾਸੇ ਗਏ। ਕਿਵੇਂ, ਇੱਧਰ ਕੀਮਤ ਵਧੀ ਇੱਧਰ ਖਰਚਾ ਵਧਿਆ। ਮੈਂ ਦੋਨੋਂ ਚੀਜ਼ਾਂ ਲੈ ਕੇ ਚੱਲ ਰਿਹਾ, ਟੇਬਲ ਦੇ ਵਿੱਚ ਮੈਂ ਕੀਮਤ ਘਟਾ ਰਿਹਾ, ਉਧਰ ਮੈਂ ਕੀਮਤ ਵਧਾ ਰਿਹਾ ਤਾਂ ਕਿ ਤੁਹਾਨੂੰ ਦੋਨੋਂ ਚੀਜ਼ਾਂ ਕਲੀਅਰ ਹੋਣ। ਕੀਮਤ ਘਟੀ ਖਰਚਾ ਘਟਿਆ, ਕੀਮਤ ਵਧੀ ਖਰਚਾ ਵਧਿਆ, ਦੋਨੋਂ ਇੱਕੋ ਪਾਸੇ ਗਏ। ਤਾਂ ਕਹਿੰਦਾ ਹੁਣ ਜੇਕਰ ਤੁਸੀਂ A ਤੋਂ ਲੈ ਕੇ B ਤੱਕ ਮੰਗ ਦੀ ਕੀਮਤ ਲੋਚ ਮਾਪੋਗੇ ਨਾ ਤਾਂ ਆ ਮੰਗ ਦੀ ਕੀਮਤ ਲੋਚ ਦਾ ਆਨਸਰ ਜਿਹੜਾ ਨਾ ਉਹ ਇੱਕ ਤੋਂ ਘੱਟ ਆਊਗਾ। ਵੀ ਜਦੋਂ ਕੀਮਤ ਤੇ ਕੁੱਲ ਖਰਚਾ ਜਿਹੜੇ ਨੇ ਇੱਕੋ ਪਾਸੇ ਜਾਣਗੇ ਵੀ ਕੀਮਤ ਘਟੇਗੀ ਕੁੱਲ ਖਰਚਾ ਘਟ ਜਾਏਗਾ, ਕੀਮਤ ਵਧੇਗੀ ਕੁੱਲ ਖਰਚਾ ਵੱਧ ਜਾਏਗਾ, ਦੋਨੋਂ ਇੱਕੋ ਪਾਸੇ ਜਾਣਗੇ ਤਾਂ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹ ਇੱਕ ਤੋਂ ਘੱਟ ਹੋਊਗੀ। ਯਾਨੀ ਕਿ A ਤੋਂ B ਤੱਕ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹ ਇੱਕ ਤੋਂ ਘੱਟ ਹੈ। ਠੀਕ ਹੈ, ਹੁਣ ਕੀ ਹੋਇਆ, ਹੁਣ ਹੋਇਆ ਇਹ ਵੀ ਕੀਮਤ ਜਿਹੜੀ ਹੈ ਉਹ ਹੋਰ ਵੱਧ ਗਈ, ਉਹ ਹੋ ਗਈ P2। ਜਦੋਂ ਕੀਮਤ ਵੱਧ ਕੇ P2 ਹੋਈ ਤੁਸੀਂ ਹੁਣ ਜਿਹੜਾ ਖਰਚਾ ਕਰ ਰਹੇ ਹੋ ਉਸ ਚੀਜ਼ ਤੇ ਉਹ ਕਰ ਰਹੇ ਹੋ E1 ਦਾ E1 ਹੀ, ਯਾਨੀ ਤੁਸੀਂ ਆ ਗਏ ਇਸ C ਪੁਆਇੰਟ ਤੇ। ਹੁਣ ਦੇਖੋ ਕੀਮਤ ਵਧੀ, ਠੀਕ ਹੈ, ਖਰਚਾ ਪਹਿਲਾਂ ਵੀ E1 ਕਰਦੇ ਪਏ ਸੀ ਹੁਣ ਵੀ E1 ਕਰਦੇ ਪਏ ਹੋ, ਮਤਲਬ ਕੀਮਤ ਦੇ ਵਧਣ ਦਾ ਖਰਚੇ ਤੇ ਕੋਈ ਪ੍ਰਭਾਵ ਨਹੀਂ ਪਿਆ। ਜਿਵੇਂ ਇੱਧਰ ਕੀਮਤ ਘਟੀ ਸੀ ਤਾਂ ਖਰਚੇ ਤੇ ਕੋਈ ਪ੍ਰਭਾਵ ਨਹੀਂ ਪਿਆ ਸੀ, ਉਵੇਂ ਕੀਮਤ ਵਧੀ ਹੈ ਤਾਂ ਖਰਚੇ ਤੇ ਕੋਈ ਪ੍ਰਭਾਵ ਨਹੀਂ ਪਿਆ, ਖਰਚਾ ਉਹਨੇ ਦਾ ਉਹਨਾਂ, ਖਰਚਾ ਉਹਨੇ ਦਾ ਉਹਨਾਂ। ਯਾਨੀ ਫਿਰ ਕੀ ਹੋਊਗਾ, ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਆਨਸਰ ਆਊਗਾ 1 ਦੇ ਬਰਾਬਰ। ਵੀ ਜਦੋਂ ਕੀਮਤ ਬਦਲੇ ਉਹਦਾ ਕੁੱਲ ਖਰਚੇ ਤੇ ਕੋਈ ਪ੍ਰਭਾਵ ਨਾ ਪਵੇ ਤਾਂ ਮੰਗ ਦੀ ਕੀਮਤ ਲੋਚ ਦਾ ਜਿਹੜਾ ਆਨਸਰ ਹੋਊਗਾ ਉਹ ਹੋਏਗਾ ਇਕਾਈ ਦੇ ਬਰਾਬਰ, ਯਾਨੀ ਕਿ 1 ਦੇ ਬਰਾਬਰ। ਠੀਕ ਹੋ ਗਿਆ। ਫਿਰ ਕੀ ਹੋਇਆ, ਹੋਇਆ ਇਹ ਵੀ ਕੀਮਤ ਜਿਹੜੀ ਹੈ ਉਹ ਹੋਰ ਵੱਧ ਕੇ ਹੋ ਗਈ P3। ਹੁਣ ਜਦੋਂ P3 ਹੋਈ ਤੁਸੀਂ ਕੀ ਕਰ ਰਹੇ ਸੀ, ਜਿਹੜਾ ਖਰਚਾ ਪਹਿਲਾਂ ਕਰਦੇ ਪਏ ਸੀ E1 ਉਹਨੂੰ ਤੁਸੀਂ ਘਟਾ ਕੇ ਕਰਤਾ E3, ਤਾਂ ਇੱਥੇ ਆ ਗਏ D ਪੁਆਇੰਟ ਤੇ। ਯਾਨੀ ਹੁਣ ਕੀ ਹੋਇਆ,
देखो कीमत वधी, तुसी की कीता खर्चा घटाता, कीमत वधी ते खर्चा घटिया, यानी कीमत ते खर्चा गए उल्टे पासे। इधर देखो कीमत घटी सी तो खर्चा वधिया सी, कीमत वधी है तो खर्चा घटिया है। कीमत ते खर्चा गए उल्टे पासे, तुसी सी तो डी ते आ गए तो सी तो डी दे विचकार ਮੰਗ ਦੀ ਕੀਮਤ ਲੋ ਜਿਹੜੀ ਹੈ ਉਹ ਹੋਊਗੀ ਇਕਾਈ ਤੋਂ ਵੱਧ, ਯਾਨੀ ਕਿ ਇੱਕ ਤੋਂ ਜ਼ਿਆਦਾ। ਠੀਕ ਹੋ ਗਿਆ। यानी हुण अगर आप आ लाइन देखिए जिहड़ी पहला लाल रंग दी है, फिर हरे रंग दी है, फिर नीले रंग दी है, तो ये जिहड़ी लाइन बनेगी इहनूं आपां बोलांगे कुल खर्च रेखा। यानी ये जिहड़ी लाइन है वो की दिखा रही है, वो कुल खर्चे नूं जिहड़ा है दिखा रही है भी आपां वस्तु दे उपर कुल खर्चा जिहड़ा है वो किन्ना कर रहे हैं। तो आ तुहाडी किताब वाला कहंदा जे भी लो जी जदों की होऊगा, जदों कीमत ते खर्चा जिहड़े ने उल्टे पासे जाणगे, कीमत घट रही है खर्चा वध रहा है, कीमत वध रही है खर्चा घट रहा है, उल्टे तो आंसर एक तो ज्यादा। जदों कीमत ते खर्चा जान इक्को पासे, कीमत घटी खर्चा घटिया, कीमत वधी खर्चा वधिया, तो आंसर आएगा एक तो घट। कीमत बदली जावे, कीमत घटे कीमत वधे, ठीक है, खर्चे ते कोई प्रभाव ना पवे, खर्चा उन्ने दा उन्ना, तो आंसर आऊगा तुहाडा एक दे बराबर। ठीक है, हुण ये कहंदा तुहाडी किताब वाला। हुण आपां आ जांदे इहदे पिछे लॉजिक की है। हुण लॉजिक की है इहदे पिछे भी देखो जदों भी आपां कोई भी विधि करदे हां उहदा कोई ना कोई आधार हुंदा है। इसे तरह जिहड़ी अपनी ये कुल खर्च विधि है, जिहड़ा इहदा आधार है वो अपनी प्रतिशत विधि ही है। ठीक है, हुण प्रतिशत विधि च आपां की करदे हां, प्रतिशत विधि दे विच आपां लैंदे हां माइनस दा निशान लांदे हां, फिर आपां उपर लैंदे हां मंग विच होण वाला प्रतिशत बदलाव, ते फिर आपां इहनूं भाग कर दिंदे हां किस चीज नाल, कीमत विच होण वाला प्रतिशत बदलाव। ठीक है, हुण आपां ऐसे फार्मूले नाल आ क्वेश्चन सॉल्व करांगे, आंसर अपने आप निकलूगा। करना सिर्फ इन्ना है भी जे कीमत ऊपर तो थल्ले आएगी तो मंग थल्ले तो ऊपर जाएगी। ध्यान नाल सुनो मैं की कह रहा, जे कीमत उत्ते तो थल्ले लैनी है तो मंग थल्ले तो उत्ते ले जानी है, जे कीमत थल्ले तो ऊपर ले जानी है तो मंग ऊपर तो थल्ले लैनी है। यानी की करना है, मंग ते कीमत दोनों नूं ले जाना है एक दूजे तो पुठा। पुठा किवें देखो, मंग मैं लियांदी 4 तो 12, यानी मैं ऊपर तो आया थल्ले, तो सोचो पहला मंग 4 सी, हुण मंग 12, किन्ने गुणा होगी, 4 तो 12 हुई तो 3 गुणा होगी, तो मंग विच बदलाव होया 3 गुणा। कीमत नूं उल्टा ले जाना है, तो कीमत नूं थल्ले तो ऊपर ले जाना है, कीमत हुई 1 तो 2, 1 तो 2 हुई तो किन्ने गुणा, 2 गुणा, तो 3/2। देखो मंग विच बदलाव 3 गुणा, कीमत च बदलाव 2 गुणा, आंसर लगाओ कितना आया, 1.5 आया ना। जे 1.5 आया तो 1.5 की है एक तो ज्यादा है। ठीक हो गया। हुण अगला देखो, फिर पहला हुण मंग उत्ते तो थल्ले लियांदे आ, पहला 4 सी हुण 6 है, पहला 4 हुण 6 कितनी होगी 1.5 गुना, 1.5 गुना होगी तो मंग च बदलाव आया 1.5 गुना। कीमत नूं थल्ले तो ऊपर लेके जाना है, तो कीमत हुई 1 तो 2, किन्ने गुणा 2 गुणा, तो बटा 2, 1.5/2 कितना आया 0.75, 0.75 एक तो घट होता है। आ देखो एक तो घट आया पे कि नहीं। इधर देखो फिर कीमत हुई, मंग हुई 4 तो 8, किन्ने गुणा, पहला 4 सी हुण 8 है, किन्ने गुणा 2 गुणा 2। कीमत हुई 1 तो 2, पहला 1 सी हुण 2, किन्ने गुणा 2 गुणा, तो 2/2, आंसर कितना आया 1। आ देखो 1 आया पे। यानी जिहड़ी एक कुल खर्च विधि है ये कोई नवी विधि नहीं हैगी, ये जिहड़ी आपां ऑलरेडी प्रतिशत विधि कर चुके हां, ये उंदा ही रूप है, ओनू ही थोड़ा बहुता बदल के जिहड़ा है वो कुल खर्च विधि जिहड़ी है वो दे दित्ती गई है। तां तुसीं इस तरह जिहड़ा है फार्मूला ला के चीज नूं समझ सकदे हो। हुण जे तुसीं मान लो फार्मूला भी नहीं लाना, ठीक है, ते देसी तरीके नाल याद रखना है, अपने कोल देसी तरीका भी हैगा। तुसीं की करना है, आदे दो हत्थां दी मदद लैनी है, दो हत्थां दी मदद लैके तुसीं की कर सकदे हो, ए संबंध जिहड़े ने वो बना सकदे हो। की करना है भी एक हत्थ जिहड़ा है, मान लो आ जिहड़ा हत्थ है मेरा हैगा खब्बा हत्थ,
ਇਹ ਜਿਹੜਾ ਇਹ ਮੇਰਾ ਹੈਗਾ ਸੱਜਾ ਹੱਥ। ਜਿਹੜਾ ਮੇਰਾ ਸੱਜਾ ਹੱਥ ਹੈ, ਸੱਜਾ ਆਦੇ ਹੱਥ ਕਰਕੇ ਦੇਖ ਲਿਆ ਜੇ, ਇਸ ਤਰ੍ਹਾਂ ਨਾ ਦੋ ਹੱਥ ਰੱਖ ਕੇ ਦੇਖ ਲਿਆ ਜੇ, ਠੀਕ ਹੈ। ਇੱਕ ਸੱਜਾ ਇੱਕ ਖੱਬਾ। ਸੱਜੇ ਹੱਥ ਨੂੰ ਮੰਨ ਲਿਆ ਜੇ ਕੀਮਤ, ਸੱਜੇ ਹੱਥ ਨੂੰ ਕੀ ਮੰਨ ਲੈਣਾ ਹੈ ਕੀਮਤ, ਤੇ ਖੱਬੇ ਹੱਥ ਨੂੰ ਕੀ ਮੰਨ ਲੈਣਾ ਹੈ ਕੁੱਲ ਖਰਚਾ, ਕਿਉਂਕਿ ਆਪਾਂ ਸੰਬੰਧ ਕਿੰਦਾ ਦਿਖਾਣਾ ਹੈ ਕੀਮਤ ਦਾ ਤੇ ਕੁੱਲ ਖਰਚੇ ਦਾ। ਠੀਕ ਹੋ ਗਿਆ। ਤਾਂ ਮੇਰਾ ਸੱਜਾ ਹੱਥ ਹੈਗਾ ਕੀਮਤ ਤੇ ਮੇਰਾ ਖੱਬਾ ਹੱਥ ਹੈਗਾ ਕੁੱਲ ਖਰਚਾ। ਠੀਕ ਹੈ। ਸ਼ੁਰੂਆਤ ਚ ਮੰਨ ਲਓ ਇੱਥੇ ਖੜੇ ਆ, ਕੀਮਤ ਇੱਥੇ ਹੈ ਤੇ ਕੁੱਲ ਖਰਚਾ ਇੱਥੇ ਹੈ। ਹੁਣ ਕੀ ਹੋਇਆ ਵੀ ਦੋਨੋਂ ਇੱਕ ਦੂਜੇ ਤੋਂ ਉਲਟਾ ਜਾਣਗੇ। ਮਤਲਬ ਕੀ ਹੋਊਗਾ ਵੀ ਜੇ ਮੈਂ ਕਵਾਂ ਵੀ ਦੋਨੋਂ ਉਲਟਾ ਜਾਣਗੇ, ਯਾਨੀ ਇਹਨੇ ਜਿਹੜਾ ਹੱਥ ਹੈ ਇਹਨੇ ਮੂੰਹ ਕਰ ਲਿਆ ਇੱਧਰ ਤੇ ਇਹਨੇ ਮੂੰਹ ਕਰ ਲਿਆ ਇੱਧਰ, ਤਾਂ ਹੁਣ ਦੋਨੋਂ ਜਾ ਰਹੇ ਨੇ ਐ, ਇੱਕ ਇੱਧਰ ਮੂੰਹ ਚੱਕੀ ਬੈਠਾ ਹੈ, ਇੱਕ ਇੱਧਰ ਮੂੰਹ ਚੱਕੀ ਬੈਠਾ ਹੈ, ਤਾਂ ਦੇਖੋ ਐ ਜਾ ਰਹੇ ਨੇ। ਤਾਂ ਦੋਨਾਂ ਹੱਥਾਂ ਦੇ ਵਿਚਕਾਰ ਜਿਹੜਾ ਫਾਸਲਾ ਹੈ ਉਹ ਕੀ ਹੋ ਰਿਹਾ ਹੈ ਵੱਧ ਰਿਹਾ ਹੈ। ਕਿਵੇਂ ਦੇਖੋ, ਆ ਕੀਮਤ ਹੈ, ਆ ਕੁੱਲ ਖਰਚਾ ਹੈ, ਦੋਨਾਂ ਦਾ ਮੂੰਹ ਮੈਂ ਪੁੱਠਾ ਕਰਤਾ, ਯਾਨੀ ਦੋਨੋਂ ਉਲਟਾ ਜਾ ਰਹੇ ਨੇ ਇੱਕ ਦੂਜੇ ਤੋਂ, ਇੱਕ ਇਸ ਪਾਸੇ ਜਾ ਰਿਹਾ ਇੱਕ ਇਸ ਪਾਸੇ ਜਾ ਰਿਹਾ। ਤਾਂ ਦੇਖੋ ਆ ਕੀ ਹੋ ਰਿਹਾ, ਦੋਨੋਂ ਹੱਥਾਂ ਦਾ ਜਿਹੜਾ ਮੇਰਾ ਫਾਸਲਾ ਹੈ ਉਹ ਕੀ ਹੋ ਰਿਹਾ ਵੱਧ ਰਿਹਾ। ਜੇ ਫਾਸਲਾ ਵੱਧ ਰਿਹਾ ਤਾਂ ਆਨਸਰ ਆਏਗਾ ਇੱਕ ਤੋਂ ਵੱਧ, ਯਾਨੀ ਜਦੋਂ ਕੀਮਤ ਤੇ ਕੁੱਲ ਖਰਚਾ ਇੱਕ ਦੂਜੇ ਤੋਂ ਪੁੱਠੇ ਜਾਣਗੇ, ਪੁੱਠੇ ਜਾਣਗੇ ਮਤਲਬ ਇੱਕ ਵਧੇਗਾ ਦੂਜਾ ਘਟੇਗਾ, ਇੱਕ ਘਟੇਗਾ ਦੂਜਾ ਵਧੇਗਾ, ਤਾਂ ਦੋਨੋਂ ਜਾਣਗੇ ਇੱਕ ਦੂਜੇ ਤੋਂ ਉਲਟੇ, ਤਾਂ ਹੱਥਾਂ ਦਾ ਫਾਸਲਾ ਕੀ ਹੋਊਗਾ ਵਧੇਗਾ, ਤਾਂ ਆਨਸਰ ਇੱਕ ਤੋਂ ਵੱਧ। ਜੇਕਰ ਕੀਮਤ ਤੇ ਕੁੱਲ ਖਰਚਾ ਆਣ ਇੱਕੋ ਪਾਸੇ, ਇੱਕੋ ਪਾਸੇ ਮਤਲਬ ਹੁਣ ਦੇਖੋ ਆ ਦੋਨੋਂ ਇੱਕੋ ਪਾਸੇ ਆਈ ਜਾਂਦੇ ਨੇ, ਤਾਂ ਫਾਸਲਾ ਕੀ ਹੋ ਰਿਹਾ ਦੋਨਾਂ ਦਾ ਘਟ ਰਿਹਾ, ਦੋਨਾਂ ਦਾ ਫਾਸਲਾ ਘਟੇਗਾ, ਤਾਂ ਆਨਸਰ ਆਏਗਾ ਇੱਕ ਤੋਂ ਘੱਟ। ਠੀਕ ਹੈ। ਯਾਨੀ ਕੀਮਤ ਤੇ ਖਰਚਾ ਇੱਕੋ ਪਾਸੇ ਆ ਰਹੇ ਨੇ, ਕੀਮਤ ਘਟ ਰਹੀ ਹੈ ਖਰਚਾ ਘਟ ਰਿਹਾ ਹੈ, ਕੀਮਤ ਵੱਧ ਰਹੀ ਹੈ ਖਰਚਾ ਵੱਧ ਰਿਹਾ ਹੈ, ਇੱਕੋ ਪਾਸੇ ਆਣਗੇ ਤਾਂ ਕੀ ਹੋਊਗਾ ਫਾਸਲਾ ਘਟੇਗਾ, ਤਾਂ ਆਨਸਰ ਆਏਗਾ ਇੱਕ ਤੋਂ ਘੱਟ। ਜੇਕਰ ਮੰਨ ਲਓ ਕੀਮਤ ਬਦਲੀ ਜਾਂਦੀ ਹੈ, ਖਰਚਾ ਕਹਿੰਦਾ ਨਾ ਮੈਂ ਤਾਂ ਉੱਥੇ ਹੀ ਖੜਾ, ਮੈਂ ਤਾਂ ਨਹੀਂ ਬਦਲਦਾ, ਤਾਂ ਫਾਸਲਾ ਸੇਮ। ਜੇ ਫਾਸਲਾ ਸੇਮ ਰਹੇਗਾ ਤਾਂ ਆਨਸਰ ਕੀ ਆਏਗਾ ਇੱਕ ਦੇ ਬਰਾਬਰ। ਤਾਂ ਤੁਸੀਂ ਇਸ ਚੀਜ਼ ਤੋਂ ਵੀ ਜਿਹੜਾ ਹੈ ਇਹ ਦੇਖ ਸਕਦੇ ਹੋ ਵੀ ਜੇਕਰ ਕੀਮਤ ਤੇ ਖਰਚਾ ਉਲਟਾ ਜਾ ਰਹੇ ਨੇ ਆਨਸਰ ਇੱਕ ਤੋਂ ਵੱਧ, ਕਿਉਂਕਿ ਫਾਸਲਾ ਵੱਧ ਰਿਹਾ ਹੈ। ਜੇ ਕੀਮਤ ਤੇ ਖਰਚਾ ਇੱਕੋ ਪਾਸੇ ਜਾ ਰਹੇ ਨੇ ਤਾਂ ਫਾਸਲਾ ਘਟ ਰਿਹਾ ਹੈ, ਆਨਸਰ ਇੱਕ ਤੋਂ ਘੱਟ। ਜੇ ਕੀਮਤ ਬਦਲਦੀ ਪਈ ਹੈ, ਖਰਚਾ ਕਹਿੰਦਾ ਨਾ ਮੈਂ ਤਾਂ ਨਹੀਂ ਬਦਲਦਾ, ਮੈਂ ਤਾਂ ਉੱਥੇ ਹੀ ਖੜਾ, ਤਾਂ ਆਨਸਰ ਕੀ ਆਊਗਾ ਇੱਕ ਦੇ ਬਰਾਬਰ। ਠੀਕ ਹੋ ਗਿਆ। ਤਾਂ ਇਹ ਹੈ ਆਪਣੀ ਕੁੱਲ ਖਰਚ ਵਿਧੀ, ਜਿਹਦੇ ਰਾਹੀਂ ਆਪਾਂ ਕੀ ਕਰ ਸਕਦੇ ਹਾਂ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਨੂੰ ਆਪਾਂ ਮਾਪ ਸਕਦੇ ਹਾਂ। ਜਿਹੜੀ ਅਗਲੀ ਵਿਧੀ ਆਪਾਂ ਕਰਨ ਜਾ ਰਹੇ ਹਾਂ ਉਹ ਵਿਧੀ ਜਿਹੜੀ ਹੈ ਉਹ ਬੜੀ ਸੌਖੀ ਵਿਧੀ ਹੈ, ਜਿਹਨੂੰ ਆਪਾਂ ਦੋ ਨਾਮ ਦਿੰਨੇ ਆ। ਪਹਿਲਾ ਨਾਮ ਜਿਹੜਾ ਹੈ ਉਹਨੂੰ ਆਪਾਂ ਕਹਿੰਦੇ ਆ ਬਿੰਦੂ ਵਿਧੀ, ਬਿੰਦੂ ਵਿਧੀ। ਦੂਸਰੀ ਜਿਹੜੀ ਹੈ ਉਹਨੂੰ ਆਪਾਂ ਕਹਿੰਦੇ ਹਾਂ ज्यामिति विधि। ठीक है, बिंदु विधि ਜਾਂ ज्यामिति विधि। ਇਹਦੇ ਚ ਕੀ ਹੋਊਗਾ, ਆਪਾਂ ਅਗਰ ਮੰਗ ਦੀ ਕੀਮਤ ਲੋਚ ਦਾ ਪਤਾ ਲਗਾਉਣਾ ਹੈ ਤਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਮੰਗ ਵਕਰ ਬਣਾ ਲੈਣੀ ਹੈ। ਦੇਖੋ ਮੰਗ ਦੀ ਕੀਮਤ ਲੋਚ ਹੈ ਤਾਂ ਮੰਗ ਵਕਰ ਤਾਂ ਬਣੇਗੀ। ਹੁਣ ਜਦੋਂ ਆਪਾਂ ਮੰਗ ਵਕਰ ਬਣਾਉਂਦੇ ਆ ਤਾਂ ਆਪਾਂ ਜਿਹੜਾ y ਐਕਸਿਸ ਹੁੰਦਾ ਹੈ ਉਹਦੇ ਤੇ ਲੈਣੇ ਆ ਕੀਮਤ, ਜਿਹੜਾ x ਐਕਸਿਸ ਹੁੰਦਾ ਹੈ ਉਹਦੇ ਤੇ ਆਪਾਂ ਕੀ ਲੈਣੇ ਆ ਮੰਗ। ਤਾਂ ਇੱਕ ਪਾਸੇ ਲੈ ਲਈ ਕੀਮਤ, ਇੱਕ ਪਾਸੇ ਲੈ ਲਈ ਮੰਗ। ਤਾਂ ਆਪਾਂ ਕੀ ਕੀਤਾ, ਇੱਕ ਮੰਗ ਵਕਰ ਬਣਾ ਲਈ। ਤਾਂ ਆ ਮੰਨ ਲਓ ਆਪਣੀ ਮੰਗ ਵਕਰ ਬਣ ਗਈ, ਇਹਨੂੰ ਆਪਾਂ ਨਾਮ ਦਿੱਤਾ A ਤੇ ਇਹਨੂੰ ਆਪਾਂ ਨਾਮ ਦਿੱਤਾ B। ਹੁਣ ਧਿਆਨ ਰੱਖਣਾ ਜਿਹੜੀ ਮੰਗ ਵਕਰ ਹੈ ਮੈਂ ਇਹਨੂੰ ਐਕਸਿਸ ਨਾਲ ਟੱਚ ਕਰਾਤਾ ਹੈ। ਆਪਾਂ ਕਰਾ ਸਕਦੇ ਹਾਂ, ਕਿਉਂ ਨਹੀਂ ਕਰਾ ਸਕਦੇ ਹਾਂ ਦੇਖੋ, ਅਗਰ ਮੰਨ ਲਓ ਮੈਂ ਕਹਾਂ ਕਿ ਆਪਾਂ ਹੈਗੇ ਆ A ਪੁਆਇੰਟ ਤੇ, A ਪੁਆਇੰਟ ਤੇ ਕੀਮਤ ਕਿੰਨੀ ਹੈ OA, ਕੀਮਤ ਉਹ ਕਹਿੰਦਾ ਇੰਨੀ ਜ਼ਿਆਦਾ ਹੈ ਕਿ ਮੰਗ ਹੈ ਹੀ ਨਹੀਂ। ਮੰਨ ਲਓ ਕੋਈ ਚੀਜ਼ ਇੰਨੀ ਮਹਿੰਗੀ ਹੋ ਜਾਵੇ ਕਿ ਆਪਾਂ ਉਹਨੂੰ ਖਰੀਦ ਹੀ ਨਹੀਂ ਸਕਦੇ ਤਾਂ ਮੰਗ ਬਿਲਕੁਲ ਜ਼ੀਰੋ ਹੋ ਸਕਦੀ ਹੈ। ਤਾਂ A ਪੁਆਇੰਟ ਕੀ ਦਿਖਾ ਰਿਹਾ ਵੀ ਕੀਮਤ ਹੈਗੀ ਹੈ OA, ਉਸ ਹਿਸਾਬ ਤੇ ਮੰਗ ਕਿੰਨੀ ਹੈ ਜ਼ੀਰੋ, ਵੀ ਬੰਦਾ ਚੀਜ਼ ਨੂੰ ਖਰੀਦਣ ਵਾਸਤੇ ਤਿਆਰ ਹੀ ਨਹੀਂ ਹੈਗਾ। ਜੇ ਮੰਨ ਲਓ ਇਧਰੋਂ ਆਈਏ ਤਾਂ ਮੰਨ ਲਈ ਕੀਮਤ ਹੋ ਜਾਵੇ ਜ਼ੀਰੋ, ਮੰਨ ਲਓ ਆਪਾਂ ਨੂੰ ਫ੍ਰੀ ਚੀਜ਼ ਮਿਲਦੀ ਪਈ ਹੈ। ਮੰਨ ਲਓ ਲੰਗਰ ਗਏ, ਮੰਦਿਰ 'ਚ ਲੰਗਰ ਹੋ ਰਿਹਾ, ਗੁਰਦੁਆਰੇ 'ਚ ਲੰਗਰ ਹੋ ਰਿਹਾ, ਆਪਾਂ ਲੰਗਰ ਖਾ ਰਹੇ ਹਾਂ, ਫ੍ਰੀ ਮਿਲ ਰਿਹਾ, ਕਿੰਨਾ ਉਹ ਖਾ ਲੋਗੇ, ਹੈਗਾ ਤਾਂ ਪੇਟ ਹੈ, ਕੋਈ ਡਸਟਬਿਨ ਤਾਂ ਹੈ ਨਹੀਂ ਵੀ ਜਿੰਨਾ ਮਰਜ਼ੀ ਸੱਟੀ ਜਾਵਾਂਗੇ ਅੰਦਰ। ਤਾਂ ਵੱਧ ਤੋਂ ਵੱਧ ਉਹ ਕਹਿੰਦਾ ਕਿੰਨਾ ਖਾ ਸਕਦੇ ਹੋ, ਉਹ ਵੀ ਖਾ ਸਕਦੇ ਹੋ। ਕੀਮਤ ਜ਼ੀਰੋ ਹੈ ਤਾਂ ਵੱਧ ਤੋਂ ਵੱਧ ਮੰਗ ਕਿੰਨੀ ਹੋਊਗੀ B ਹੋਊਗੀ। ਮੰਗ ਵਕਰ ਬਣਾ ਲਈ। ਹੁਣ ਇਹਦੇ ਨਾਮ ਤੋਂ ਪਕੜਾਂਗੇ, ਕਹਿੰਦੇ ਜੀ ਬਿੰਦੂ ਵਿਧੀ ਹੈ। ਤਾਂ ਮੰਗ ਵਕਰ ਤੇ ਕੋਈ ਵੀ ਇੱਕ ਬਿੰਦੂ ਲੈ ਲਓ, ਬਿੰਦੂ ਮਤਲਬ ਪੁਆਇੰਟ। ਤਾਂ ਮੰਨ ਲਓ ਆ A ਆਪਣੇ ਆਪ 'ਚ ਇੱਕ ਪੁਆਇੰਟ ਹੈ, ਆ B ਇਹ ਵੀ ਆਪਣੇ ਆਪ 'ਚ ਇੱਕ ਪੁਆਇੰਟ ਹੈ, ਇੱਥੇ C ਲੈ ਲਿਆ ਇਹ ਵੀ ਆਪਣੇ ਆਪ 'ਚ ਇੱਕ ਪੁਆਇੰਟ ਹੈ, ਇੱਥੇ D ਲੈ ਲਿਆ
ਇਹ ਵੀ ਆਪਣੇ ਆਪ ਚ ਇੱਕ ਪੁਆਇੰਟ ਹੈ। ਇੱਥੇ E ਲੈ ਲਿਆ, ਇਹ ਵੀ ਆਪਣੇ ਆਪ ਚ ਇੱਕ ਪੁਆਇੰਟ ਹੈ। ਠੀਕ ਹੈ, ਕੋਈ ਮਰਜ਼ੀ ਲੈ ਸਕਦੇ ਹੋ, ਹੋਰ ਜਿੰਨੇ ਮਰਜ਼ੀ ਲੈ ਲਓ। ਤਾਂ ਹੁਣ ਉਹ ਕਹਿੰਦਾ ਵੀ ਜੇਕਰ ਤੁਸੀਂ ਮੰਗ ਦੀ ਕੀਮਤ ਲੋਚ ਦਾ ਪਤਾ ਲਗਾਉਣਾ ਹੈ ਮੰਗ ਵਕਰ ਦੇ ਕਿਸੇ ਵੀ ਬਿੰਦੂ ਤੇ, ਤਾਂ ਕੰਮ ਸੌਖਾ। ਕਹਿੰਦਾ ਮੰਗ ਦੀ ਕੀਮਤ ਲੋਚ ਦਾ ਫਾਰਮੂਲਾ ਲਿਖ ਲਓ। ਠੀਕ ਹੈ, ਉਹ ਫਾਰਮੂਲਾ ਕੀ ਹੈ? ਉਹ ਹੈਗਾ ਬਿੰਦੂ ਤੋਂ ਮੰਗ ਵਕਰ ਦਾ ਹੇਠਲਾ ਹਿੱਸਾ, ਇਹਨੂੰ ਆਪਾਂ ਭਾਗ ਕਰਨਾ ਹੈ ਬਿੰਦੂ ਤੋਂ ਮੰਗ ਵਕਰ ਦਾ ਉਪਰੀ ਹਿੱਸਾ। ਯਾਨੀ ਹੁਣ ਸੋਚੋ ਵੀ ਤੁਸੀਂ ਕੀ ਕਰਨਾ ਹੈ, ਜਿਹੜੇ ਬਿੰਦੂ ਤੋਂ ਮੰਗ ਦੀ ਕੀਮਤ ਲੋਚ ਦਾ ਪਤਾ ਲਗਾਣਾ, ਮੰਨ ਲਓ A ਤੇ ਪਤਾ ਲਾਣਾ ਹੈ, B ਤੇ, C ਤੇ, D ਤੇ, E ਤੇ, ਜਿੰਦੇ ਤੇ ਵੀ ਪਤਾ ਲਾਣਾ, ਉਸ ਪੁਆਇੰਟ ਤੋਂ ਵੇਖੋ ਕਿ ਮੰਗ ਵਕਰ ਦਾ ਹੇਠਲਾ ਹਿੱਸਾ ਕਿੰਨਾ ਹੈ। ਹੇਠਲੇ ਹਿੱਸੇ ਨੂੰ ਉਤਲੇ ਹਿੱਸੇ ਨਾਲ ਭਾਗ ਕਰ ਦਿਓ। ਮੰਨ ਲਓ ਜਿਵੇਂ ਮੈਂ ਕਹਾਂ ਕਿ ਮੰਨ ਲਓ ਮੈਂ A ਪੁਆਇੰਟ ਤੇ ਪਤਾ ਲਗਾਉਣਾ ਹੈ, ਤਾਂ A ਪੁਆਇੰਟ ਤੇ ਹੇਠਲਾ ਹਿੱਸਾ ਕਿੰਨਾ ਹੈ, ਮੰਗ ਵਕਰ ਹੇਠਾਂ ਕਿੰਨੀ ਹੈ, ਤਾਂ ਹੇਠਾਂ ਕਿੰਨੀ ਹੈ AB, ਤਾਂ ਪਹਿਲਾਂ ਆਪਾਂ ਲਿਖਤਾ AB। ਫਿਰ ਵੇਖੋ ਇਸ ਤੋਂ ਉੱਪਰ ਕਿੰਨੀ ਹੈ, ਉੱਪਰ ਤਾਂ ਹੈ ਹੀ ਨਹੀਂ ਕਿਉਂਕਿ ਉੱਪਰ ਤਾਂ ਖਤਮ ਹੈ ਮੰਗ ਵਕਰ, ਤਾਂ ਉੱਪਰ ਕਿੰਨੀ ਹੈ 0। ਤਾਂ ਹੁਣ ਆਪਾਂ ਕਿਸੇ ਵੀ ਚੀਜ਼ ਨੂੰ 0 ਨਾਲ ਭਾਗ ਕਰਦੇ ਪਏ ਆ। ਹੁਣ ਕਿਸੇ ਵੀ ਚੀਜ਼ ਨੂੰ 0 ਨਾਲ ਭਾਗ ਕਰਦੇ ਆ, ਪਹਿਲੀ ਗਲਤੀ ਇਹ ਨਹੀਂ ਕਰਨੀ ਕਿ 0 ਨਹੀਂ ਲਿਖਣਾ, ਕਿਉਂਕਿ ਕਿਸੇ ਵੀ ਚੀਜ਼ ਨੂੰ 0 ਨਾਲ ਭਾਗ ਕਰੋਗੇ ਆਨਸਰ 0 ਨਹੀਂ ਹੁੰਦਾ ਬਲਕਿ ਕਿੰਨਾ ਹੁੰਦਾ ਇਨਫਿਨਿਟੀ ਹੈ। ਯਾਨੀ A ਪੁਆਇੰਟ ਤੇ ਮੰਗ ਦੀ ਕੀਮਤ ਲੋਚ ਕਿੰਨੀ ਆ ਗਈ, ਇਨਫਿਨਿਟੀ। ਹੁਣ ਮੰਨ ਲਓ ਕਿ ਮੈਂ ਐਸੇ ਚੀਜ਼ ਨੂੰ B ਪੁਆਇੰਟ ਤੇ ਪਤਾ ਕਰਨਾ ਹੈ, ਤਾਂ ਹੁਣ B ਪੁਆਇੰਟ ਤੇ ਆ ਜਾਓ। ਕਹਿੰਦਾ ਮੰਗ ਵਕਰ ਦਾ ਹੇਠਲਾ ਹਿੱਸਾ B ਪੁਆਇੰਟ ਤੇ ਥੱਲੇ ਵੇਖੋ, ਮੰਗ ਵਕਰ ਨਜ਼ਰ ਆ ਰਹੀ ਹੈ? ਨਹੀਂ, ਤਾਂ ਨਹੀਂ ਆ ਰਹੀ ਤਾਂ ਕਿੰਨਾ ਹੋ ਗਿਆ ਹੇਠਲਾ ਹਿੱਸਾ 0। ਹੁਣ ਉੱਪਰੀ ਹਿੱਸਾ ਕਿੰਨਾ ਹੈ, B ਪੁਆਇੰਟ ਤੇ ਉੱਪਰ ਕਿੰਨੀ ਮੰਗ ਵਕਰ ਹੈ, ਉੱਪਰ ਹੈਗੀ ਹੈ B ਤੋਂ ਲੈ ਕੇ A ਤੱਕ, ਤਾਂ ਉੱਪਰ ਹੈਗੀ ਹੈ BA। ਹੁਣ 0 ਬਟਾ ਸਮਥਿੰਗ, ਇਹ ਕੀ ਹੁੰਦਾ 0, ਤਾਂ B ਪੁਆਇੰਟ ਤੇ ਮੰਗ ਦੀ ਕੀਮਤ ਲੋਚ ਕਿੰਨੀ ਹੈ 0। ਮੰਨ ਲਓ ਆਪਾਂ C ਪੁਆਇੰਟ ਤੇ ਮੰਗ ਦੀ ਕੀਮਤ ਲੋਚ ਦਾ ਪਤਾ ਲਗਾਣਾ ਹੈ, ਤਾਂ C ਪੁਆਇੰਟ ਤੇ ਕਿਵੇਂ ਪਤਾ ਲੱਗੇਗੀ? ਪਹਿਲਾਂ ਦੇਖੋ ਹੇਠਾਂ ਕਿੰਨੀ ਹੈ, C ਤੋਂ ਸ਼ੁਰੂ ਹੋਈ B ਤੇ ਗਈ, ਤਾਂ ਹੇਠਾਂ ਹੈਗੀ ਹੈ CB, ਤਾਂ ਹੇਠਾਂ ਹੈਗੀ ਹੈ CB। ਉੱਤੇ ਦੇਖੋ, ਉੱਤੇ ਹੈਗੀ ਹੈ CA, ਤਾਂ ਉੱਪਰ ਹੈਗੀ ਹੈ CA। ਹੁਣ ਦੇਖੋ ਵੀ CB ਨੂੰ CA ਨਾਲ ਭਾਗ ਕਰਨਾ ਹੈ, ਵੱਡੀ ਕਿਹੜੀ ਤੇ ਛੋਟੀ ਕਿਹੜੀ? ਦੇਖੋ C ਤੋਂ ਲੈ ਕੇ B ਇਹ ਹੈਗਾ ਵੱਡਾ, CA ਹੈਗਾ ਛੋਟਾ, ਯਾਨੀ ਵੱਡੀ ਰਕਮ ਨੂੰ ਛੋਟੀ ਰਕਮ ਨਾਲ ਭਾਗ ਕਰਦੇ ਪਿਓ। ਵੱਡੀ ਰਕਮ ਉੱਪਰ ਪਈ ਹੈ, ਛੋਟੀ ਰਕਮ ਥੱਲੇ ਪਈ ਹੈ, ਭਾਗ ਕਰਕੇ ਵੇਖ ਲਿਆ ਜੇ ਆਨਸਰ ਆਊਗਾ 1 ਤੋਂ ਜ਼ਿਆਦਾ। ਤਾਂ C ਪੁਆਇੰਟ ਤੇ ਮੰਗ ਦੀ ਕੀਮਤ ਲੋਚ ਹੈ 1 ਤੋਂ ਜ਼ਿਆਦਾ। ਠੀਕ ਹੈ, ਮੰਨ ਲਓ D ਪੁਆਇੰਟ ਤੇ ਪਤਾ ਲਗਾਉਣਾ, ਤਾਂ D ਪੁਆਇੰਟ ਤੇ ਪਹਿਲਾਂ ਹੇਠਾਂ ਦੇਖੋ ਕਿੰਨੀ ਹੈ, ਹੇਠਾਂ ਹੈ D ਤੋਂ ਲੈ ਕੇ B, ਤਾਂ ਆਪਾਂ ਲਿਖਾਂਗੇ DB। ਉੱਪਰ ਕਿੰਨੀ ਹੈ D ਤੋਂ ਲੈ ਕੇ A, ਤਾਂ D ਤੋਂ ਲੈ ਕੇ A, ਤਾਂ DA। ਹੁਣ ਵੇਖੋ ਛੋਟਾ ਕਿਹੜਾ ਵੱਡਾ ਕਿਹੜਾ, DB ਛੋਟਾ ਹੈ, DA ਵੱਡਾ ਹੈ। ਉਤਲੀ ਰਕਮ ਛੋਟੀ, ਹੇਠਲੀ ਰਕਮ ਵੱਡੀ, ਯਾਨੀ ਛੋਟੀ ਰਕਮ ਨੂੰ ਵੱਡੀ ਰਕਮ ਨਾਲ ਭਾਗ ਕਰੋਗੇ, ਭਾਗ ਕਰਕੇ ਵੇਖ ਲਿਆ ਜੇ ਆਨਸਰ 1 ਤੋਂ ਘੱਟ ਆਊਗਾ, 1 ਤੋਂ ਘੱਟ ਆਊਗਾ ਤਾਂ ਆਨਸਰ ਆ ਗਿਆ 1 ਤੋਂ ਘੱਟ, ਇੱਥੇ ਆ ਗਈ 1 ਤੋਂ ਘੱਟ। ਹੁਣ ਮੰਨ ਲਓ E ਪੁਆਇੰਟ ਤੇ ਪਤਾ ਲਗਾਣੀ ਹੈ, ਹੁਣ E ਪੁਆਇੰਟ ਤੇ ਹੇਠਾਂ ਕਿੰਨੀ ਹੈ EB, ਉੱਪਰ ਕਿੰਨੀ ਹੈ E ਤੋਂ ਲੈ ਕੇ A। ਹੁਣ ਦੇਖੋ E ਮੈਂ ਲੈ ਲਿਆ ਵਿਚਕਾਰ, ਯਾਨੀ ਜਿੰਨੀ ਹੇਠ ਹੈ ਓਨੀ ਉੱਤੇ ਹੈ, ਯਾਨੀ ਆਹ ਵਾਲੀ ਰਕਮ ਤੇ ਆਹ ਵਾਲੀ ਰਕਮ ਬਰਾਬਰ, ਯਾਨੀ ਆਹ 5 ਹੈ ਤਾਂ ਆਹ ਵੀ 5 ਹੈ, ਆਹ 10 ਹੈ ਤਾਂ ਆਹ ਵੀ 10 ਹੈ, 5/5 10/10 ਬਰਾਬਰ। ਆਨਸਰ ਕਿੰਨਾ ਹੋਊਗਾ 1। ਤਾਂ ਇੱਥੇ ਮੰਗ ਦੀ ਕੀਮਤ ਲੋਚ ਦਾ ਆਨਸਰ ਕਿੰਨਾ ਹੋਊਗਾ 1 ਹੋਏਗਾ। ਯਾਨੀ ਹੁਣ ਆਪਾਂ ਕੀ ਕੀਤਾ, A B C D E ਪੁਆਇੰਟਾਂ ਤੇ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਪਤਾ ਕਰ ਲਿਆ। ਮਤਲਬ ਕੀ ਕਰਨਾ ਹੈ, ਜਿਹੜੇ ਪੁਆਇੰਟ ਤੇ ਪਤਾ ਕਰਨਾ ਹੈ ਉਹਦੇ ਤੋਂ ਹੇਠਲੇ ਹਿੱਸੇ ਨੂੰ ਉਤਲੇ ਹਿੱਸੇ ਨਾਲ ਕੀ ਕਰਨਾ ਹੈ, ਭਾਗ ਕਰ ਦੇਣਾ। ਹੁਣ ਕੀ ਹੋਊਗਾ, ਮੰਨ ਲਓ ਵੀ ਆਪਾਂ ਨੂੰ ਜਿਹੜੀ ਮੰਗ ਵਕਰ ਹੈ ਉਹ ਐਵੇਂ ਨਹੀਂ ਦਿੱਤੀ ਹੋਈ, ਇਹ ਤਾਂ ਸਿੱਧੀ ਸੀ। ਜੇ ਮੰਨ ਲਓ ਮੰਗ ਵਕਰ ਸਿੱਧੀ ਨਹੀਂ ਦਿੱਤੀ ਹੋਈ, ਮੰਗ ਵਕਰ ਤਾਂ ਜਿਹੜੀ ਹੈ ਉਹ ਇਸ ਤਰ੍ਹਾਂ ਵੀ ਹੋ ਸਕਦੀ ਹੈ ਜਿਵੇਂ ਮੈਂ ਹੁਣ ਬਣਾਉਣ ਲੱਗਿਆ। ਤਾਂ ਇੱਧਰ ਆਪਾਂ ਲੈ ਲੈਂਦੇ ਆ ਉਵੇਂ ਹੀ ਮੰਗ, ਇੱਧਰ ਆਪਾਂ ਲੈ ਲੈਂਦੇ ਆ ਕੀਮਤ। ਤਾਂ ਮੰਗ ਵਕਰ ਮੰਨ ਲਓ ਹੈਗੀ ਹੈ ਇਸ ਤਰ੍ਹਾਂ, ਆ ਹੈਗੀ ਮੰਨ ਲਓ AB। ਤਾਂ ਮੈਂ ਕੀ ਕਰਨਾ ਹੈ, ਮੈਂ ਇਸ C ਪੁਆਇੰਟ ਤੇ ਮੰਗ ਦੀ ਕੀਮਤ ਲੋਚ ਪਤਾ ਕਰਨੀ ਹੈ। ਹੁਣ ਕਹਿੰਦਾ ਹੇਠਲੇ ਹਿੱਸੇ ਨੂੰ ਉਤਲੇ ਹਿੱਸੇ ਨਾਲ ਭਾਗ ਕਰਨਾ ਹੈ। ਹੁਣ ਹੇਠਲਾ ਹਿੱਸਾ ਕਿੱਥੇ, C ਤੋਂ ਲੈ ਕੇ B, ਗਲਤ। ਆਪਾਂ ਨੂੰ ਪਤਾ ਹੈ ਜਾ ਕੇ ਕਿੱਥੇ ਖਤਮ ਹੋਣ ਵਾਲੀ ਹੈ,
ਉਤਲਾ ਹਿੱਸਾ C ਤੋਂ ਲੈ ਕੇ A ਗਲਤ। ਆਪਾਂ ਨੂੰ ਕੀ ਪਤਾ ਇਹ ਕਿੱਥੇ ਜਾ ਕੇ ਖਤਮ ਹੋਣ ਵਾਲੀ ਹੈ, ਯਾਨੀ ਨਾ ਮੈਨੂੰ ਹੇਠਲਾ ਹਿੱਸਾ ਪਤਾ ਨਾ ਮੈਨੂੰ ਉਤਲਾ ਹਿੱਸਾ ਪਤਾ। ਫਿਰ ਕੀ ਕਰਾਂਗੇ, ਫਿਰ ਆਪਾਂ ਮੈਥ ਦੀ ਮਦਦ ਲਾਂਗੇ। ਉਹ ਕਹਿੰਦੇ ਵੀ ਕੀ ਹੁੰਦਾ, ਇੱਕ ਟਰਮ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਟੈਂਜੈਂਟ। ਤਾਂ ਆਪਾਂ ਕੀ ਕਰਾਂਗੇ, ਇੱਕ ਟੈਂਜੈਂਟ ਡਰਾ ਕਰਾਂਗੇ। ਟੈਂਜੈਂਟ ਕੀ ਹੁੰਦਾ, ਇੱਕ ਸਿੱਧੀ ਲਾਈਨ ਹੁੰਦੀ ਹੈ, ਸਿੱਧੀ ਲਾਈਨ ਜਿਹੜੀ ਕੀ ਕਰਦੀ ਹੈ ਉਸ ਪੁਆਇੰਟ ਨੂੰ ਟੱਚ ਕਰਕੇ ਜਾਂਦੀ ਹੈ। ਤਾਂ ਆ ਮੰਨ ਲਓ ਮੈਂ ਟੈਂਜੈਂਟ ਲਾਇਆ, ਇਹ ਆ ਦੇਖੋ ਆ C ਨੂੰ ਟੱਚ ਕਰਕੇ ਗਿਆ, ਇਹਨੂੰ ਮੈਂ ਨਾਮ ਦਿੱਤਾ H ਤੇ G। ਹੁਣ ਦੇਖੋ C ਪੁਆਇੰਟ ਤੋਂ ਹੇਠਲਾ ਹਿੱਸਾ ਪਤਾ ਲੱਗ ਗਿਆ, ਕਿਹੜਾ ਹੈ CG, ਉਤਲਾ ਹਿੱਸਾ ਪਤਾ ਲੱਗ ਗਿਆ CH। ਬਸ ਇਸ ਹਿਸਾਬ ਤੇ ਕੀ ਹੋਊਗਾ, ਮੰਗ ਦੀ ਕੀਮਤ ਲੋਚ ਨਿਕਲ ਜੂਗੀ। ਮੰਨ ਲਓ ਮੈਂ ਕਹਾਂ ਕਿ ਮੈਂ ਇਸ D ਪੁਆਇੰਟ ਤੇ ਪਤਾ ਲਗਾਣੀ ਹੈ, ਤਾਂ ਕੀ ਕਰਨਾ ਹੈ, D ਪੁਆਇੰਟ ਤੇ ਪਤਾ ਲਗਾਣੀ ਹੈ ਤਾਂ D ਪੁਆਇੰਟ ਤੇ ਟੈਂਜੈਂਟ ਮਾਰ ਦੋ। ਇਹ ਆ ਦੇਖੋ ਆ ਹਰੇ ਰੰਗ ਦਾ ਟੈਂਜੈਂਟ ਜਾ ਰਿਹਾ ਜੇ, ਇਹਨੂੰ ਮੈਂ ਨਾਮ ਦਿੱਤਾ LK। ਤਾਂ D ਪੁਆਇੰਟ ਤੋਂ ਹੇਠਲਾ ਹਿੱਸਾ ਕਿੰਨਾ ਹੋਇਆ DK, ਉਤਲਾ ਹਿੱਸਾ ਕਿੰਨਾ ਹੋਇਆ DL। ਤਾਂ ਜਿਹੜਾ ਛੋਟਾ ਹੈ ਵੱਡਾ ਹੈ ਉਸ ਹਿਸਾਬ ਤੇ ਕੀ ਹੋਊਗਾ, ਮੰਗ ਦੀ ਕੀਮਤ ਲੋਚ ਪਤਾ ਲੱਗ ਜੂਗੀ। ਠੀਕ ਹੈ, ਤਾਂ ਇਸ ਤਰ੍ਹਾਂ ਆਪਾਂ ਬਿੰਦੂ ਵਿਧੀ ਜਾਂ ਜਿਹਨੂੰ ਆਪਾਂ ਜਿਓਮੈਟਰੀ ਵਿਧੀ ਯਾਨੀ ਕਿ ਜਿਓਮੈਟ੍ਰਿਕ ਮੈਥਡ ਕਹਿੰਦੇ ਆ, ਉਹਦੇ ਦੁਆਰਾ ਆਪਾਂ ਮੰਗ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਆਪਾਂ ਪਤਾ ਲਗਾ ਸਕਦੇ ਆ। ਤਾਂ ਇਹ ਸੀ ਆਪਣੀਆਂ ਕੁੱਲ ਖਰਚ ਵਿਧੀ। ਨੰਬਰ 2 ਬਿੰਦੂ ਵਿਧੀ ਜਾਂ ਜਿਓਮੈਟਰੀ ਵਿਧੀ। ਤਾਂ ਹੁਣ ਆਪਣਾ ਇੱਕ ਟੌਪਿਕ ਰਹਿ ਗਿਆ, ਉਹ ਰਹਿ ਗਿਆ ਮੰਗ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਉਹ ਆਪਾਂ ਆਪਣੇ ਅਗਲੇ ਲੈਕਚਰ 'ਚ ਕਰਾਂਗੇ। ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ ਐਂਡ ਆਲ ਦ ਬੈਸਟ।